ਸਤਿ ਸ਼੍ਰੀ ਅਕਾਲ ਜੀ ਐਂਡ ਗੁੱਡ ਮਾਰਨਿੰਗ ਟੂ ਆਲ। ਹੋਪ ਸੋ ਤੁਸੀਂ ਸਾਰੇ ਬਿਲਕੁਲ ਠੀਕ ਹੋ, ਸਿਹਤ ਬਿਲकुल ठीक होएगी। ਅੱਜ ਦਿਨ ਵੀ ਬਹੁਤ ਸੋਹਣਾ ਚੜਿਆ ਹੈ। ਬਾਹਰ ਥੋੜੇ ਥੋੜੇ ਜਿਹੇ ਬੱਦਲ ਨੇ ਬਟ ਬੜੀ ਹੌਲੀ ਹੌਲੀ ਜੀ ਬੜੀ ਸੋਹਣੀ ਜੀ ਹਵਾ ਵੀ ਚੱਲ ਰਹੀ ਹੈ। ਸੋ ਬਾਰਿਸ਼ ਦੇ ਹਜੇ ਤਾਂ ਕੋਈ ਅਸਾਰ ਨਜ਼ਰ ਨਹੀਂ ਆ ਰਹੇ, ਪਰ ਦੇਖਦੇ ਹਾਂ ਹੁਣ ਦਿਨ ਚੜ੍ਹਦੇ ਕੀ ਹੁੰਦਾ। 11 ਡਿਗਰੀ ਦਾ ਟੈਂਪਰੇਚਰ ਜਿਹੜਾ ਅੱਜ ਸ਼ੋ ਕਰ ਰਿਹਾ। ਸੋ ਸਨੀ ਡੇ ਹੈ, ਵੈਸੇ ਵੀ ਫਰਾਈਡੇ ਹੈ। ਵੈਸੇ ਤਾਂ ਫਰਾਈਡੇ ਦਾ ਦਿਨ ਬਹੁਤ ਸੋਹਣਾ ਲੱਗਦਾ ਹੈ ਕਿਉਂਕਿ ਅੱਗੇ ਵੀਕਐਂਡ ਜਿਹੜਾ ਉਹ ਆਉਣ ਵਾਲਾ ਹੁੰਦਾ ਹੈ, ਤਾਂ ਬੜੀ ਖੁਸ਼ੀ ਹੁੰਦੀ ਹੈ ਕਿ ਬਸ ਅੱਜ ਦਾ ਦਿਨ ਹੀ ਜਿਹੜਾ ਆਪਾਂ ਆਪਣੇ ਕੰਮਕਾਰ ਕਰਨੇ ਨੇ, ਆਫਿਸ ਦੇ ਵਿੱਚ ਜਾਣਾ ਹੈ ਤੇ ਉਸ ਤੋਂ ਬਾਅਦ ਸੈਟਰਡੇ ਔਰ ਸੰਡੇ ਦੀ ਛੁੱਟੀ ਆ ਜਾਣੀ ਹੈ। ਬਹੁਤ ਸਾਰੇ ਪਲਾਨ ਕੀਤੇ ਹੁੰਦੇ ਨੇ। ਹੁਣ ਤਾਂ ਵੈਸੇ ਵੀ ਹੈਲੋਵੀਨ ਕਰਕੇ ਤਾਂ ਤੁਹਾਡੇ ਵੀ ਬਹੁਤ ਸਾਰੇ ਪਲਾਨ ਹੋਣਗੇ, ਕਿਤੇ ਨਾ ਕਿਤੇ ਘੁੰਮਣ ਦਾ ਮਨ ਜਿਹੜਾ ਉਹ ਜ਼ਰੂਰ ਬਣਾਇਆ ਹੋਣਾ ਹੈ। ਸੋ ਅੱਜ ਦਾ ਦਿਨ ਬਸ ਨਿਕਲ ਜਾਏ ਫਟਾਫਟ। ਅੱਜ ਮੈਂ ਵੀ ਤੁਹਾਡੇ ਨਾਲ ਹੁਣ ਮਾਰਨਿੰਗ ਦੇ ਵਿੱਚ ਗੱਲ ਕਰਨੀ ਹੈ। 2 ਛੁੱਟੀਆਂ ਤੋਂ ਬਾਅਦ ਮੈਂ ਵੀ ਫਿਰ ਵਾਪਸ ਆਵਾਂਗੀ, ਫਿਰ ਮੰਡੇ ਨੂੰ ਆਪਾਂ ਗੱਲ ਕਰਾਂਗੇ। ਐਨੀਵੇ ਹੁਣ ਆਪਾਂ ਗੱਲ ਕਰਦੇ ਹਾਂ ਕਿ ਜਦੋਂ ਆਪਾਂ ਕੋਈ ਵੀ ਕੰਮ ਕਰਦੇ ਹਾਂ, ਲਾਈਕ ਉਸ ਦੀ ਸ਼ੁਰੂਆਤ ਕਰਨੀ ਹੁੰਦੀ ਹੈ, ਤਾਂ ਸਾਨੂੰ ਪੈਸਿਆਂ ਦੀ ਬਹੁਤ ਜ਼ਿਆਦਾ ਲੋੜ ਪੈਂਦੀ ਹੈ। ਕਈ ਵਾਰੀ ਇੱਦਾਂ ਦੀ ਸਿਚੁਏਸ਼ਨ ਹੋ ਜਾਂਦੀ ਹੈ ਕਿ ਰਾਈ ਰੋਵੇ ਆਪਣੇ ਕੋਲ ਉਨੇ ਪੈਸੇ ਨਹੀਂ ਹੁੰਦੇ ਅਵੇਲੇਬਲ। ਫਿਰ ਸਾਡੇ ਮਾਈਂਡ ਦੇ ਵਿੱਚ ਇੱਕੋ ਇੱਕ ਚੀਜ਼ ਆਉਂਦੀ ਹੈ, ਉਹ ਹੁੰਦੀ ਹੈ ਕਿ ਆਪਾਂ ਲੋਨ ਲੈ ਸਕਦੇ ਹਾਂ। ਇੱਦਾਂ ਦੀ ਫੈਸਿਲਿਟੀਜ਼ ਬੈਂਕਾਂ ਦੇ ਵੱਲੋਂ ਬਹੁਤ ਸਾਰੀਆਂ ਦਿੱਤੀਆਂ ਜਾਂਦੀਆਂ ਨੇ ਕਿ ਕੋਈ ਵੀ ਸਟੂਡੈਂਟ ਲੋਨ ਹੈ, ਕੋਈ ਆਪਾਂ ਕਾਰੋਬਾਰ ਸ਼ੁਰੂ ਕਰਨਾ ਤਾਂ ਲੋਨ ਜਿਹੜੇ ਨੇ ਉਹ ਆਪਣੇ ਲਈ ਅਵੇਲੇਬਲ ਹੁੰਦੇ ਨੇ, ਇੰਸਟੈਂਟਲੀ ਆਪਣੇ ਲਈ ਉਹ ਕੰਮ ਵੀ ਕਰਦੇ ਨੇ। ਪਰ ਕਈ ਵਾਰੀ ਇਹ ਹੁੰਦਾ ਕਿ ਲੋਨ ਲੈਣਾ ਕਿੱਥੋਂ ਹੈ, ਇਹ ਬਹੁਤ ਵੱਡੀ ਸਮੱਸਿਆ ਹੁੰਦੀ ਹੈ। ਕੈਨੇਡਾ ਦੇ ਵਿੱਚ ਅਸੀਂ ਸਾਰੇ ਹੈਗੇ ਹਾਂ ਅਤੇ ਕੈਨੇਡਾ ਦੇ ਵਿੱਚ ਜਦੋਂ ਲੋਨ ਲੈਣਾ ਹੁੰਦਾ ਹੈ ਤਾਂ ਇੱਕ ਕਨਫਿਊਜ਼ ਅਸੀਂ ਕਈ ਵਾਰੀ ਹੋ ਜਾਂਦੇ ਹਾਂ ਕਿ ਲੋਨ ਇੱਕ ਤਾਂ ਕਿਹੜੀ ਕੰਪਨੀ ਤੋਂ ਲਿਆ ਜਾਏ, ਕਿਹੜੀ ਕੰਪਨੀ ਸਹੀ ਹੋਏਗੀ, ਕੋਈ ਧੋਖਾਧੜੀ ਵਾਲਾ ਮਸਲਾ ਤਾਂ ਨਹੀਂ ਹੋਏਗਾ। ਜੇ ਲੋਨ ਮਿਲੇਗਾ ਵੀ ਤਾਂ ਕੀ ਉਹਦਾ ਇੰਟਰਸਟ ਰੇਟ ਜਿਹੜਾ ਉਹ ਸਾਨੂੰ ਸੂਟੇਬਲ ਹੋਏਗਾ, ਉਹ ਠੀਕ ਰੇਟ ਦੇ ਵਿੱਚ ਸਾਨੂੰ ਲੋਨ ਮਿਲ ਜਾਏਗਾ। ਲੋਨ ਦੀ ਲੋੜ ਚਾਹੇ ਕੋਈ ਸਟੂਡੈਂਟਸ ਹੋਣ, ਕਾਰੋਬਾਰੀ ਹੋਣ, ਕੋਈ ਖੇਤੀਬਾੜੀ ਦਾ ਕਿਸੇ ਨੇ ਬਿਜ਼ਨਸ ਕਰਨਾ, ਕਿਸੇ ਵੀ ਤਰ੍ਹਾਂ ਦਾ, ਇਸ ਲਈ ਬਹੁਤ ਜ਼ਿਆਦਾ ਲੋੜ ਪੈ ਹੀ ਜਾਂਦੀ ਹੈ। ਅਤੇ ਕਈ ਤਰ੍ਹਾਂ ਦੇ ਸਵਾਲ ਮਾਈਂਡ ਦੇ ਵਿੱਚ ਹੁੰਦੇ ਨੇ, ਬੜੀ ਕਨਫਿਊਜ਼ਨ ਮੱਚਦੀ ਹੈ ਕਿ ਹੁਣ ਬੈਂਕ ਦੇ ਕੋਲ ਜਾਈਏ ਜਾਂ ਕਿਸੇ ਸੁਸਾਇਟੀ ਦੇ ਕੋਲ ਜਾਈਏ, ਕੋਈ ਇੱਦਾਂ ਦੀ ਕੋਈ ਕੰਪਨੀ ਹੈ ਜਿਸ ਤੋਂ ਲੋਨ ਲੈ ਲਈਏ ਜਿਹੜੀ ਘੱਟ ਇੰਟਰਸਟ ਦੇ ਵਿੱਚ ਸਾਨੂੰ ਲੋਨ ਪ੍ਰੋਵਾਈਡ ਕਰਵਾ ਸਕਦੀ ਹੈ। ਸੋ ਅਜਿਹੀ ਹੀ ਇੱਕ ਕੰਪਨੀ ਹੈਗੀ ਹੈ ਜੀ, ਪਿਕਸ ਸੁਸਾਇਟੀ। ਉਹਨਾਂ ਦੇ ਨਾਲ ਗੱਲਬਾਤ ਹੋਈ। ਪਿਕਸ ਸੁਸਾਇਟੀ ਕਹਿੰਦੇ ਨੇ ਕਿ ਜਿਹੜਾ ਸਾਡਾ ਲੋਨ ਹੈ, ਅਸੀਂ ਇਮੀਗ੍ਰੈਂਟਸ, ਸਪੈਸ਼ਲੀ ਸਿਰਫ ਇਮੀਗ੍ਰੈਂਟਸ ਵਾਸਤੇ ਲੋਨ ਸਹੂਲਤ ਹੈਗੀ ਹੈ। ਉਹ ਕਹਿੰਦੇ ਬਹੁਤ ਹੀ ਘੱਟ ਇੰਟਰਸਟ 'ਤੇ ਸਾਡਾ ਲੋਨ ਹੁੰਦਾ ਹੈ। ਪਿਕਸ ਸੁਸਾਇਟੀ ਕੀ ਹੈ, ਕੌਣ ਨੇ, ਕਿੰਨੀ ਇਹਨਾਂ ਦੀ ਟੀਮ ਹੈ, ਕੀ ਇਸ ਦੇ ਵਿੱਚ ਹੁੰਦਾ ਹੈ, ਕਿੰਨਾ ਇੰਟਰਸਟ ਰੇਟ ਹੈ, ਇਸ ਦੇ ਲਈ ਗੱਲਬਾਤ ਕਰਨ ਦੇ ਲਈ ਸਟੂਡੀਓ ਦੇ ਵਿੱਚ ਸਾਡੇ ਨਾਲ ਅੱਜ ਪਹੁੰਚੇ ਹੋਏ ਨੇ ਪਿਕਸ ਸੁਸਾਇਟੀ ਦੇ ਵੱਲੋਂ ਜਸਵੀਰ ਕੌਰ ਤੰਜਲ ਜੀ। ਜਸਵੀਰ ਕੌਰ ਜੀ, ਸਵਾਗਤ ਹੈ ਜੀ ਚੈਨਲ ਪੰਜਾਬੀ 'ਤੇ। ਪਹਿਲੀ ਗੱਲ ਸ਼ੇਰੀ ਜੀ, ਮੈਂ ਤੁਹਾਨੂੰ ਕਹਿਣਾ ਚਾਹੁੰਦੀ ਹਾਂ ਕਿ ਬਹੁਤ ਧੰਨਵਾਦ, ਤੁਸੀਂ ਸਾਨੂੰ ਇਸ ਪਲੇਟਫਾਰਮ 'ਤੇ ਲੈ ਕੇ ਆਏ ਹੋ ਪੰਜਾਬੀ ਚੈਨਲ ਦਾ। ਅਤੇ ਦੂਸਰੀ ਗੱਲ, ਜਿਹੜੇ ਸਾਨੂੰ ਦਰਸ਼ਕ ਦੇਖ ਰਹੇ ਨੇ, ਟਿਊਨ ਇਨ ਕਰ ਰਹੇ ਨੇ, ਉਹਨਾਂ ਦਾ ਵੀ ਬਹੁਤ ਧੰਨਵਾਦ ਅਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਅਤੇ ਹਾਂਜੀ, ਪਿਕਸ ਸੁਸਾਇਟੀ ਬਹੁਤ ਹੀ ਵਧੀਆ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਹੈਗੀ ਆ, ਜਿਹੜੀ ਕਿ ਇੱਕ ਬਹੁਤ ਹੀ ਵੱਡੇ ਸਪੈਕਟਰਮ ਦੇ ਉੱਤੇ ਬਹੁਤ ਹੀ ਵੱਡੀਆਂ ਸੇਵਾਵਾਂ ਆਪਣੀ ਕਮਿਊਨਿਟੀ ਲਈ ਲੋਅਰ ਮੇਨਲੈਂਡ ਦੇ ਵਿੱਚ ਕਰ ਰਹੀ ਹੈ। ਐਂਡ ਇਹ ਕਰ ਰਹੀ ਹੈ ਸਿੰਸ ਸੰਨ 1987 ਤੋਂ ਲੈ ਕੇ ਹੁਣ ਤੱਕ ਕਰੀ ਜਾ ਰਹੀ ਹੈ। ਸੋ ਜਿਹੜੇ ਇਹਨਾਂ ਦੇ ਕੋਲ ਪ੍ਰੋਗਰਾਮਸ ਹੈਗੇ ਨੇ, ਉਹ ਤੁਸੀਂ ਦੇਖ ਲਓ, ਇੰਪਲੋਇਮੈਂਟ ਪ੍ਰੋਗਰਾਮਸ ਤੋਂ ਲੈ ਕੇ ਤੁਸੀਂ ਦੇਖ ਸਕਦੇ ਹੋ ਇਮੀਗ੍ਰੇਸ਼ਨ ਸੈਟਲਮੈਂਟ ਪ੍ਰੋਗਰਾਮਸ ਵੀ ਹੈਗੇ ਨੇ ਇਹਨਾਂ ਕੋਲ। ਉਸ ਦੇ ਨਾਲ ਨਾਲ ਲੈਂਗੁਏਜ ਪ੍ਰੋਗਰਾਮਸ ਆ ਜਾਂਦੇ ਨੇ, ਹਾਊਸਿੰਗ ਪ੍ਰੋਗਰਾਮ ਆ ਜਾਂਦੇ ਨੇ, ਅਤੇ ਸਾਰੀਆਂ ਬਹੁਤ ਹੀ ਵਧੀਆ ਪ੍ਰੋਗਰਾਮ ਜਿਹੜੀਆਂ ਅਵੇਲੇਬਲ ਹੈਗੀਆਂ ਫ੍ਰੀ ਆਪਣੀ ਕਮਿਊਨਿਟੀ ਦੇ ਵਿੱਚ ਅਤੇ ਬਜ਼ੁਰਗਾਂ ਲਈ ਬਣੀਆਂ ਨੇ। ਅਤੇ ਉਸ ਦੇ ਨਾਲ ਨਾਲ ਤੁਸੀਂ ਦੇਖ ਲਓ ਨਿਊ ਇਮੀਗ੍ਰੈਂਟਸ ਜਿਹੜੇ ਆਉਣੇ, ਉਹਨਾਂ ਲਈ ਤਾਂ ਬਹੁਤ ਹੀ ਵਧੀਆ ਇਹਨਾਂ ਲਈ ਪ੍ਰੋਗਰਾਮ ਹੈਗੇ ਨੇ ਫ੍ਰੀ, ਜਿਹੜੇ ਇਹ ਲੈ ਸਕਦੇ ਨੇ ਮਦਦ ਸਾਡੇ ਤੋਂ। ਉਸ ਦੇ ਨਾਲ ਨਾਲ ਔਰਤਾਂ ਲਈ ਵੀ ਸਪੋਰਟ ਹੈਗੀ ਹੈ ਅਤੇ ਯੂਥ ਲਈ ਵੀ ਸਪੋਰਟ ਹੈਗੀ ਹੈ। ਅਤੇ ਇਹ ਸਾਰੇ ਪ੍ਰੋਗਰਾਮਸ ਅਵੇਲੇਬਲ ਨੇ। ਅਤੇ ਪਰ ਜਿਹੜਾ ਅਸੀਂ ਅੱਜ ਪ੍ਰੋਗਰਾਮ ਦੀ ਗੱਲ ਕਰਨ ਬਾਰੇ ਅਸੀਂ ਆਏ ਨੇ, ਉਹ ਹੈਗਾ ਫੋਰਨ ਕ੍ਰੈਡੈਂਸ਼ੀਅਲ ਰੈਕਗਨੀਸ਼ਨ ਲੋਨ ਪ੍ਰੋਗਰਾਮ। ਅਤੇ ਇਹ ਪ੍ਰੋਗਰਾਮ ਅਸੀਂ ਅੱਜ ਬਰੀਕੀ ਦੇ ਵਿੱਚ ਗੱਲ ਕਰਾਂਗੇ। ਅਤੇ ਹਾਂਜੀ ਬਿਲਕੁਲ, ਸੋ ਮੈਂ ਤੁਹਾਨੂੰ ਥੋੜ੍ਹਾ ਜਿਹਾ ਦੱਸ ਦਿੰਦੀ ਹਾਂ। ਬਿਲਕੁਲ, ਇਸ ਪ੍ਰੋਗਰਾਮ ਬਾਰੇ ਜਸਟ ਮੈਨੂੰ ਡਿਟੇਲ 'ਚ ਦੱਸੋ ਕਿ ਇਹ ਪ੍ਰੋਗਰਾਮ ਹੈ ਕੀ ਹੈ ਔਰ ਕਦੋਂ ਤੋਂ ਇਹ ਸ਼ੁਰੂ ਹੋਇਆ ਹੈ। ਸੋ ਕੀ ਕੀ ਇਸ ਦੇ ਵਿੱਚ ਸਹੂਲਤਾਂ ਮਿਲ ਸਕਦੀਆਂ ਨੇ। ਹਾਂਜੀ ਬਿਲਕੁਲ, ਸੋ ਜਿਹੜਾ ਇਹ ਫੋਰਨ ਕ੍ਰੈਡੈਂਸ਼ੀਅਲ ਰੈਕਗਨੀਸ਼ਨ ਲੋਨ ਪ੍ਰੋਗਰਾਮ ਹੈਗਾ ਆ, ਇਹ 2018 ਦੇ ਵਿੱਚ ਜਿਹੜੀ ਕਿ ਆਪਣੀ ਫੈਡਰਲ ਸਰਕਾਰ ਨੇ ਪਿਕਸ ਸੁਸਾਇਟੀ ਨੂੰ ਦਿੱਤਾ ਸੀ। ਸੋ ਕਿਸ ਲਈ ਦਿੱਤਾ ਸੀ? ਸੋ ਜਿਹੜੇ ਕਿ ਬਾਹਰੋਂ ਜਿਹੜੇ ਆਉਂਦੇ ਨੇ ਪ੍ਰੋਫੈਸ਼ਨਲਸ, ਉਹ ਭਾਵੇਂ ਡਾਕਟਰ ਹੋਣ, ਨਰਸਿਸ ਹੋਣ, ਟੀਚਰਸ ਹੋਣ, ਜਾਂ ਕੋਈ ਵੀ ਇੰਜੀਨੀਅਰਸ ਹੋਣ, ਉਹਨਾਂ ਦੀ ਪੜ੍ਹਾਈ ਜਿਹੜੀ ਅਹਿਮੀਅਤ ਇੱਥੇ ਕੈਨੇਡਾ ਦੇ ਵਿੱਚ ਫਿਰ ਵਾਪਸ ਲਿਆਉਣ ਲਈ ਅਸੀਂ ਉਹਨਾਂ ਨੂੰ 2 ਲੋਨ ਦਿੰਦੇ ਹਾਂ। ਅਤੇ ਉਸ ਦੇ ਨਾਲ ਨਾਲ ਸਪੋਰਟਿੰਗ ਸਰਵਿਸਿਜ਼
ਸਰਵਿਸਿਜ਼ ਵੀ ਅਸੀਂ ਜਾਰੀ ਕਰਦੇ ਹਾਂ। ਸੋ ਕੈਨੇਡਾ ਦੀ ਜਿਹੜੀ ਗਵਰਨਮੈਂਟ ਹੈ ਉਹ ਸਮਝਦੀ ਆ ਜਿਹੜੇ ਇਮੀਗ੍ਰੈਂਟਸ ਆਉਂਦੇ ਨੇ ਕੈਨੇਡਾ ਦੇ ਵਿੱਚ, ਉਹ ਕੀ ਹੁੰਦਾ ਉਹਨਾਂ ਨੂੰ ਬਹੁਤ ਹੀ ਮੁਸ਼ਕਿਲਾਂ ਸਹਿਣੀਆਂ ਪੈਂਦੀਆਂ ਆ। ਸੋ ਜੇ ਕੋਈ ਡਾਕਟਰ ਆਉਂਦਾ ਹੈ, ਠੀਕ ਹੈ ਨਾ, ਇੰਡੀਆ ਦੇ ਵਿੱਚੋਂ, ਤੇ ਉਹਨੂੰ ਆ ਕੇ ਤੁਹਾਨੂੰ ਪਤਾ ਹੀ ਆ ਕ੍ਰੈਡੈਂਸ਼ੀਅਲ ਅਸੈਸਮੈਂਟ ਵਗੈਰਾ ਸਾਰੇ ਉਹਨੂੰ ਕਰਨੇ ਪੈਂਦੇ ਨੇ, ਅਪਗ੍ਰੇਡਿੰਗ ਕਰਨੀ ਪੈਂਦੀ ਹੈ ਕਿ ਵਾਪਸ ਉਹ ਜੌਬ ਜਾਣ ਲਈ। ਸੋ ਗਵਰਨਮੈਂਟ ਨੇ ਇਹ ਸਾਰੀਆਂ ਮੁਸ਼ਕਿਲਾਂ ਨੂੰ ਸਮਝ ਕੇ ਹੀ ਇਹ ਪ੍ਰੋਗਰਾਮ ਉਹਨਾਂ ਲਈ ਬਣਾਇਆ ਹੈ, ਤੇ ਤਾਂ ਕਰਕੇ ਫਿਰ ਇਹ ਬਹੁਤ ਹੀ ਵਧੀਆ ਪ੍ਰੋਗਰਾਮ ਇਮੀਗ੍ਰੈਂਟਸ ਲਈ ਹੈਗਾ ਆ। ਆਮ ਤੌਰ ਤੇ ਜਦੋਂ ਇਮੀਗ੍ਰੈਂਟਸ ਜਿਹੜੇ ਹੁੰਦੇ ਨੇ ਤਾਂ ਉਹਨਾਂ ਦੇ ਮਨ ਦੇ ਵਿੱਚ ਬੜੇ ਤਰ੍ਹਾਂ ਦੇ ਸਵਾਲ ਹੁੰਦੇ ਨੇ ਕਿ ਜੇ ਲੋਨ ਲੈਣਾ ਹੈ ਤਾਂ ਉਹ ਲੋਨ ਕਿਸ ਦੇ ਕੋਲੋਂ ਲਿਆ ਜਾਏ, ਇੰਟਰਸਟ ਰੇਟ ਜਿਹੜਾ ਉਹ ਕੌਣ ਸਹੀ ਦੇ ਸਕਦਾ ਹੈ। ਲਾਈਕ ਕਈ ਬੈਂਕ ਵੀ ਹੁੰਦੇ ਨੇ, ਕਈ ਇਸ ਤਰੀਕੇ ਦੀਆਂ, ਜਿਸ ਤਰੀਕੇ ਦੀ ਤੁਹਾਡੀ ਆਰਗੇਨਾਈਜੇਸ਼ਨ ਹੈ, ਕਈ ਆਰਗੇਨਾਈਜੇਸ਼ਨ ਇਸ ਤਰੀਕੇ ਦੀ ਆਫਰ ਰੱਖਦੀਆਂ ਨੇ। ਸੋ ਫਿਰ ਕਿਵੇਂ ਤੁਹਾਡੀ ਆਰਗੇਨਾਈਜੇਸ਼ਨ ਜਿਹੜੀ ਹੈ ਉਹ ਕਿਵੇਂ ਉਹਨਾਂ ਨੂੰ ਇਸ ਕਨਫਿਊਜ਼ਨ ਚੋਂ ਬਾਹਰ ਕੱਢਦੀ ਹੈ? ਐਬਸੋਲੂਟਲੀ। ਸੋ ਬਿਲਕੁਲ ਇਹ ਗੱਲ ਤਾਂ ਹੁੰਦੀ ਹੈ ਮਨ ਦੇ ਵਿੱਚ ਕਿ ਕਿੱਦਾਂ ਕਰੀਏ। ਸੋ ਹੁਣ ਐਗਜ਼ਾਮਪਲ ਅਸੀਂ ਮਿਸਾਲ ਲੈ ਲੈਂਦੇ ਇੱਕ ਡਾਕਟਰ ਦੀ। ਫਿਰ ਡਾਕਟਰ ਆਉਂਦਾ ਆਪਣੀ ਵਾਈਫ ਨੂੰ ਲੈ ਕੇ ਆਉਂਦਾ ਹੈ, ਠੀਕ ਹੈ, ਉਹਨਾਂ ਦੇ 2 ਬੱਚੇ ਹੁੰਦੇ ਨੇ, ਠੀਕ ਹੈ, ਬੱਚੇ ਆਉਂਦੇ, ਬੱਚੇ ਸਕੂਲ ਚਲ ਜਾਂਦੇ ਨੇ, ਵਾਈਫ ਕੰਮ ਤੇ ਚਲ ਜਾਂਦੀ ਹੈ, ਪਰ ਉਹ ਜਿਹੜਾ ਡਾਕਟਰ ਆਉਂਦਾ ਉਹਨੂੰ ਮਾਮੂਲੀ ਸੀ ਜੌਬ ਕਰਨੀ ਪੈਂਦੀ ਹੈ ਇੱਥੇ, ਤੇ ਉਹ ਟਾਈਮ ਉਹਨਾਂ ਦਾ ਹੁੰਦਾ ਹੈ, ਸੇਵਿੰਗਸ ਆਉਂਦੀ ਹੈ। ਹੁਣ ਇੰਡੀਆ ਤੋਂ ਤੁਸੀਂ ਜਾਂ ਕੋਈ ਵੀ ਕੰਟਰੀ 'ਚੋਂ ਕਿੰਨੇ ਕੁ ਪੈਸੇ ਲੈ ਕੇ ਆ ਜਾਓਗੇ? ਸੋ 3000 5000 ਉਹ ਕੁਛ ਹੀ ਮਹੀਨਿਆਂ ਦੇ ਵਿੱਚ ਖਤਮ ਹੋ ਜਾਣੇ ਆ, ਠੀਕ ਹੈ ਜੀ। ਸੋ ਉਸ ਟਾਈਮ ਦੇ ਵਿੱਚ ਉਹਨਾਂ ਨੂੰ ਜੌਬ ਕਰਨੀ ਪੈਂਦੀ ਹੈ ਨਾ। ਸੋ ਉਹ ਅਸੀਂ ਉਹਨਾਂ ਦਾ ਟਾਈਮ ਸੇਵ ਕਰਦੇ ਹਾਂ। ਜਿਹੜੀ ਉਹਨਾਂ ਨੂੰ ਛੋਟੀ ਜੀ ਇੱਥੇ ਜਿਹੜਾ ਡਾਕਟਰ ਬਾਹਰੋਂ ਆਏ ਨੇ ਕੈਨੇਡਾ ਦੇ ਵਿੱਚ, ਉਹਨਾਂ ਨੂੰ ਛੋਟੀ ਵੀ ਕੋਈ ਵੀ ਜਿਹੜੀ ਜੌਬ ਉਹਨਾਂ ਦੇ ਪ੍ਰੋਫੈਸ਼ਨ ਦੇ ਰਿਲੇਟਡ ਨਹੀਂ ਹੈ, ਚਾਹੇ ਕਈ ਵਾਰੀ ਕੈਸ਼ੀਅਰ ਵੀ ਬਣ ਜਾਂਦੇ ਨੇ, ਰਾਈਟ, ਉਹ ਅਸੀਂ ਉਹਨਾਂ ਦਾ ਟਾਈਮ ਸੇਵ ਕਰਦੇ ਹਾਂ, ਤੇ ਨਾਲ ਨਾਲ ਉਹਨਾਂ ਨੂੰ ਸਹੀ ਸਲਾਹ ਵੀ ਦਿੰਦੇ ਹਾਂ। ਤੇ ਇੰਟਰਸਟ ਰੇਟ ਜਿਹੜਾ ਸਾਡਾ ਲੋਨ ਦਾ ਹੈਗਾ ਆ ਉਹ ਬਹੁਤ ਹੀ ਘੱਟ ਹੈਗਾ ਆ। ਜਿਹੜਾ ਮੈਂ ਹੁਣ ਤੁਹਾਨੂੰ ਦੱਸ ਸਕਦੀ ਹਾਂ, ਇਹ ਪ੍ਰਾਈਮ ਪਲੱਸ 1.49% ਹੈਗਾ ਆ। ਸੋ ਇਹ ਮਤਲਬ ਕਿ ਬਹੁਤ ਹੀ ਘੱਟ ਹੈਗਾ। ਹੁਣ ਤੁਸੀਂ ਬੈਂਕਾਂ ਦੇ ਵਿੱਚ ਵੀ ਜਾ ਸਕਦੇ ਹੋ, ਉਹਨਾਂ ਦਾ ਡਿਫਰੈਂਟ ਕ੍ਰਾਈਟੇਰੀਆ ਹੁੰਦਾ ਹੈ, ਠੀਕ ਹੈ। ਸੋ ਬੈਂਕਾਂ ਦੇ ਵਿੱਚ ਚਲੇ ਗਏ ਤੇ ਉਹਨਾਂ ਦਾ ਕ੍ਰਾਈਟੇਰੀਆ ਇਹ ਹੁੰਦਾ ਹੈ ਕਿ ਉਹ ਕ੍ਰੈਡਿਟ ਚੈੱਕ ਪੁੱਛਦੇ ਨੇ, ਠੀਕ ਹੈ। ਜੇ ਤੁਸੀਂ ਸਟੂਡੈਂਟ ਲੋਨ ਲੈਣਾ ਆ, ਉਹਨਾਂ ਦਾ ਹੁੰਦਾ ਆ ਕਿ ਉਹਨਾਂ ਨੇ ਫੁੱਲ ਟਾਈਮ ਸਟੱਡੀ ਤੁਹਾਨੂੰ ਕਰਨੀ ਪੈਂਦੀ ਹੈ, ਤੇ ਕਈ ਵਾਰੀ ਇਹ ਸਕੈਜੂਲ ਨਹੀਂ ਸਹਿੰਦਾ ਪੈਂਦਾ ਕਿ ਜਿਹੜੇ ਨਵੇਂ ਆਉਂਦੇ ਨੇ ਨਾ ਇੰਡੀਆ ਤੋਂ ਜਾਂ ਕਿਸੇ ਵੀ ਕੰਟਰੀ 'ਚੋਂ। ਸੋ ਤਾਂ ਕਰਕੇ ਜੇ ਤੁਸੀਂ ਹੁਣ ਜੇ ਸਾਡੇ ਨਾਲ ਅਪਲਾਈ ਕਰਦੇ ਹੋ, ਤੁਸੀਂ ਸਵੇਰੇ ਫਲਾਈਟ ਚੜ੍ਹੋ ਤੇ ਸ਼ਾਮ ਤੱਕ ਤੁਹਾਨੂੰ ਇਹ ਲੋਨ ਅਪਰੂਵ ਵੀ ਹੋ ਸਕਦਾ ਹੈ, ਠੀਕ ਹੈ ਜੀ। ਸੋ ਤਾਂ ਕਰਕੇ ਗਵਰਨਮੈਂਟ ਨੇ ਇਹ ਜਿਹੜੇ ਪੈਸੇ ਨੇ ਅਵੇਲੇਬਲ ਕੀਤੇ ਨੇ, ਉਹਨਾਂ ਲਈ ਹੀ ਸਪੈਸ਼ਲ ਬਣਾਏ ਨੇ, ਜਿਹੜੇ ਕਿ 6 ਸੈਕਟਰ ਅਸੀਂ ਕਵਰ ਕਰਦੇ ਨੇ। ਸੋ ਜਿਵੇਂ ਕਿ ਹੋਵੇ ਲਾਈਕ ਟੈਕਨੋਲੋਜੀ ਹੋਈ, ਹੈਲਥ ਹੋਈ, ਜਾਂ ਤੁਸੀਂ ਕਹਿ ਸਕਦੇ ਆ ਨਾਲ ਲਾਅ ਹੋਇਆ, ਅਕਾਊਂਟਿੰਗ ਹੋਈ, ਤੇ ਅਦਰ ਹੈ ਨਾ, ਤੇ ਐਜੂਕੇਸ਼ਨ ਹੋਈ। ਸੋ ਇਹਨਾਂ ਸਾਰੀਆਂ ਸੈਕਟਰਾਂ ਦੇ ਅੰਡਰ ਜੇ ਤੁਸੀਂ ਆਪਣੇ ਤੁਹਾਡੇ ਹੈਗੀ ਆ ਕੋਈ BA ਦੀ ਡਿਗਰੀ ਤੁਸੀਂ ਕੀਤੀ ਆ, ਜਾਂ ਤੁਸੀਂ ਮਾਸਟਰਸ ਦੀ ਡਿਗਰੀ ਕੀਤੀ ਆ, ਜਾਂ ਕੋਈ ਵੀ ਤੁਸੀਂ ਪੜ੍ਹਾਈ ਕੀਤੀ ਹੋਈ ਆ ਬਾਹਰੋਂ, ਤੇ ਉਹ ਪੜ੍ਹਾਈ ਦਾ ਮੁੱਲ ਤੁਸੀਂ ਕੈਨੇਡਾ ਦੇ ਵਿੱਚ ਪਾ ਸਕਦੇ ਆ। ਤੇ ਉਹੀ ਸੇਮ ਤੁਸੀਂ ਜਿਹੜੀ ਪਹਿਲਾਂ ਜੌਬ ਕਰਦੇ ਸੀ, ਉਹ ਸੇਮ ਜੌਬ ਤੁਸੀਂ ਕਰ ਸਕਦੇ ਆ। ਕੁਝ ਹੀ ਮਹੀਨਿਆਂ ਦੇ ਵਿੱਚ ਤੁਸੀਂ ਫਿਰ ਦੁਬਾਰਾ ਉਹੀ ਬਣ ਸਕਦੇ ਆ, ਤੇ ਵਾਈ ਨਾਟ, ਠੀਕ ਹੈ ਜੀ। ਸੋ ਇਸ ਕਰਕੇ ਇਹ ਲੋਨ ਤਾਂ ਕਰਕੇ, ਸੋ ਇਹ ਜਿਹੜਾ ਲੋਨ ਅਵੇਲੇਬਲ ਹੈਗਾ ਆ ਉਹ 15000 ਤੱਕ ਅਵੇਲੇਬਲ ਹੈਗਾ ਆ। ਓਕੇ, ਮਤਲਬ 15000 ਤੋਂ ਉੱਪਰ ਨਹੀਂ ਕੋਈ ਲੈ ਸਕਦਾ, ਉਸ ਦੇ ਵਿੱਚ ਹੀ ਰਹਿਣਾ ਪਏਗਾ। ਪਰ ਤੁਸੀਂ ਮਲਟੀਪਲ ਲੋਨ ਹੈਗਾ। ਹਾਂਜੀ। ਸੋ ਫੋਰ ਐਗਜ਼ਾਮਪਲ ਜਿੱਦਾਂ ਹੁਣ ਸਾਡੇ ਕੋਲ ਇੱਕ ਕਲਾਇੰਟ ਆਏ ਸੀ, ਉਹ ਡਾਕਟਰ ਨੇ। ਸੋ ਉਹ ਡਾਕਟਰ ਪਹਿਲਾਂ ਉਹਨਾਂ ਨੇ ਲਿਆ ਸੀਗਾ ਲੋਨ, ਇੱਕ 5000 ਦਾ ਲੋਨ ਲਿਆ ਸੀਗਾ। ਉਹਨਾਂ ਨੇ ਆਪਣਾ ਡਾਕਟਰ ਦਾ ਪਹਿਲਾ ਐਗਜ਼ਾਮ ਦਿੱਤਾ ਇੱਥੇ ਕੈਨੇਡਾ ਦੇ ਵਿੱਚ, ਠੀਕ ਹੈ ਜੀ। ਤੇ ਦੂਸਰਾ ਉਹਨਾਂ ਨੇ ਲਿਆ ਸੀਗਾ 3000 ਦਾ ਲੋਨ। ਤੇ ਹੁਣ ਕੁਝ ਹੀ ਮਹੀਨਿਆਂ ਦੇ ਵਿੱਚ ਉਹਨਾਂ ਨੇ ਸਾਰੀ ਐਗਜ਼ਾਮੀਨੇਸ਼ਨ ਪਾਸ ਕਰਕੇ ਉਹ ਡਾਕਟਰ ਹੁਣ ਕੰਮ ਕਰ ਰਹੇ ਨੇ, ਠੀਕ ਹੈ ਜੀ, ਡਾਕਟਰ ਦੀ ਪੋਜੀਸ਼ਨ ਤੇ। ਐਂਡ ਉਹ ਹੁਣ ਕੋਵਿਡ ਦੇ ਕੇਸਿਸ ਵਗੈਰਾ ਉਹ ਸਾਰੀ ਹੈਲਪ, ਐਂਡ ਹੀ ਸੋ ਹੈਪੀ ਕਿ ਉਹਨਾਂ ਨੇ ਲੋਨ ਲਿਆ, ਉਹ ਸਾਰਾ ਟਾਈਮ ਉਹਨਾਂ ਨੇ ਸੇਵ ਕੀਤਾ ਉਸ ਬਾਰੇ। ਹਾਂਜੀ। ਸੋ ਤਾਂ ਕਰਕੇ ਇਹ ਲੋਨ ਬਹੁਤ ਹੀ ਵਧੀਆ ਹੈ ਤੇ ਬਹੁਤ ਹੀ ਆਸਾਨ ਅਸੀਂ ਬਣਾਉਂਦੇ ਹਾਂ। ਤੇ ਨਾਲ ਪਹਿਲੀ ਗੱਲ, ਇਹ ਗਵਰਨਮੈਂਟ ਫੰਡਡ ਹੈ, ਇਹ ਕੋਈ ਬਿਜ਼ਨਸ ਨਹੀਂ ਹੈਗਾ। ਗਵਰਨਮੈਂਟ ਚਾਹੁੰਦੀ ਹੈ ਮਦਦ ਕਰਨੀ। ਸੋ ਤਾਂ ਕਰਕੇ ਇਹ ਬਹੁਤ ਹੀ ਵਧੀਆ ਲੋਨ ਆਪਣੇ ਜਿਹੜੀ ਕਮਿਊਨਿਟੀ ਦੇ ਵਿੱਚ ਸਾਰੇ ਪੜ੍ਹੇ ਲਿਖੇ ਬੰਦੇ ਨੇ, ਵਾਪਸ ਫਿਰ ਆਪਣੇ ਪ੍ਰੋਫੈਸ਼ਨ 'ਚ ਜਾਣਾ ਚਾਹੁੰਦੇ ਨੇ, ਉਹਨਾਂ ਲਈ ਹੀ ਬਣਿਆ ਹੈ। ਔਰ ਜਸਬੀਰ, ਇਹ FCR ਔਰ PCR ਇਹ ਦੋਵੇਂ ਕੀ ਚੀਜ਼ਾਂ ਕੀ ਨੇ? PCR ਜਾਂ ਐਗਜ਼ੈਕਟਲੀ ਤੁਸੀਂ ਸ਼ਾਇਦ ਪ੍ਰੋਗਰਾਮ ਕੋਈ ਵਿੱਚ ਮੈਂਸ਼ਨ ਕੀਤਾ ਸੀਗਾ? ਹਾਂਜੀ, ਇਸ ਦੇ ਬਾਰੇ ਮੈਂ ਤੁਹਾਨੂੰ ਲਾਈਕ ਮੈਨੂੰ ਨੌਲੇਜ ਨਹੀਂ ਹੈਗੀ, ਬਟ FCR ਦੀ ਮੈਂ ਤੁਹਾਨੂੰ ਐਲੀਜੀਬਿਲਟੀ ਦੱਸ ਸਕਦੀ ਹਾਂ ਕਿ ਕੌਣ ਉਹਦੇ ਲਈ। ਹਾਂਜੀ ਹਾਂਜੀ। ਸੋ ਪਹਿਲੀ ਗੱਲ ਤਾਂ ਇਹ ਹੈਗੀ ਆ ਕਿ ਜਿਹੜੇ ਕਿ ਪਰਮਾਨੈਂਟ ਰੈਜ਼ੀਡੈਂਟ ਹੋਣ, ਠੀਕ ਹੈ, ਤੇ ਨਾਲੇ ਕੈਨੇਡੀਅਨ ਸਿਟੀਜ਼ਨ ਹੋਣ, ਨਾਲ ਉਹ ਰੈਫਿਊਜੀ ਜਿਨ੍ਹਾਂ ਦੇ ਕੋਲ ਵਰਕ ਪਰਮਿਟ ਹੋਵੇ ਕੈਨੇਡਾ ਦੇ ਵਿੱਚ, ਉਹਨਾਂ ਲਈ ਅਵੇਲੇਬਲ ਹੈਗਾ ਆ। ਦੂਸਰੀ ਗੱਲ ਹੈਗੀ ਆ ਕਿ ਐਲੀਜੀਬਿਲਟੀ ਆ ਜਾਂਦੀ ਆ ਕਿ ਜੇ ਤੁਸੀਂ ਤੁਹਾਡੇ ਕੋਲ ਆਪਣੀ ਪੜ੍ਹਾਈ ਦਾ ਪ੍ਰੂਫ ਹੈਗਾ। ਸੋ ਜਿਵੇਂ ਮੈਂ ਮੈਂਸ਼ਨ ਕੀਤਾ ਆ ਕਿ ਜਿੱਦਾਂ ਡਿਗਰੀ, ਆਪਣੀ ਡਿਪਲੋਮਾ, ਸਾਰਾ ਵਗੈਰਾ ਤੁਹਾਡਾ ਪ੍ਰੂਫ ਹੈਗਾ, ਪਰਫੈਕਟ ਹੈਗਾ ਆ। ਤੇ
ਇਹ ਹੋਰ ਵੀ ਗੱਲ ਚੰਗੀ ਹੈ, ਇਹ ਪ੍ਰੂਵ ਚਾਂਸਸ ਇਹਦੇ ਜੀ। ਵਧੀਆ ਹੈਗੇ ਜੇ ਤੁਹਾਡੇ ਕੋਲ ਵਰਕ ਐਕਸਪੀਰੀਅੰਸ ਰਿਲੇਟਡ ਹੈਗਾ ਉਸ ਪੜ੍ਹਾਈ ਦਾ, ਉਹਦੇ ਨਾਲ ਤਾਂ ਤੁਹਾਡਾ ਪੂਰਾ ਵਧੀਆ ਸਟਰੋਂਗ ਤੁਹਾਡੀ ਐਪਲੀਕੇਸ਼ਨ ਬਣਾ ਦਿੰਦਾ ਆ। ਤੇ ਤੀਜੀ ਗੱਲ ਮੈਂ ਇੱਕ ਗੱਲ ਐਮਫਸਾਈਜ਼ ਕਰਨਾ ਚਾਹੁੰਦੀ ਹਾਂ, ਇਹ ਸਾਰਾ ਪ੍ਰੋਗਰਾਮ ਫ੍ਰੀ ਆ, ਹੈ ਨਾ। ਤੇ ਇਹ ਪ੍ਰੋਗਰਾਮ ਫ੍ਰੀ ਆ ਤੇ ਸਾਰੇ ਬ੍ਰਿਟਿਸ਼ ਕੋਲੰਬੀਆ ਦੇ ਜਿਹੜੇ ਵਾਸੀ ਹੈਗੇ ਆ, ਰਹਿੰਦੇ ਆ, ਉਹਨਾਂ ਲਈ ਹੀ ਬਣਿਆ ਹੋਇਆ ਹੈ। ਓਕੇ, ਜਿਸ ਵਿੱਚ ਕਿੰਨੇ ਲੋਕ ਹੁਣ ਤੱਕ ਇਹ ਸੇਵਾਵਾਂ ਜਿਹੜੀਆਂ ਨੇ ਲੈ ਰਹੇ ਨੇ, ਕਿੰਨੇ ਸਮੇਂ ਤੋਂ ਇਹ ਚੱਲ ਰਿਹਾ? ਹਾਂਜੀ, ਇਹ 2 ਸਾਲ ਹੋ ਗਏ ਨੇ। ਸੋ 2018 ਦੇ ਵਿੱਚ ਮੈਂ ਜਿੱਦਾਂ ਦੱਸਿਆ ਫੈਡਰਲ ਗਵਰਨਮੈਂਟ ਨੇ ਪਿਕ ਸੁਸਾਇਟੀ ਨੂੰ ਦਿੱਤਾ ਸੀ। ਉਸ ਤੋਂ ਬਾਅਦ ਫਿਰ 2019 ਦੇ ਵਿੱਚ ਤੁਸੀਂ ਕਹਿ ਸਕਦੇ ਹੋ ਕਿ ਇਹ ਫਿਰ ਅੰਡਰ ਰਿਵਿਊ ਹੋਇਆ। ਸੋ ਜਿਹੜੇ ਮੈਂ 6 ਸੈਕਟਰ ਤੁਹਾਨੂੰ ਦੱਸੇ ਨੇ, ਹੈਲਥ, ਟੈਕਨੋਲੋਜੀ, ਐਜੂਕੇਸ਼ਨ, ਲਾਅ, ਅਕਾਊਂਟਿੰਗ ਤੇ ਅਦਰਸ, ਪਹਿਲਾਂ 3 ਹੀ ਹੁੰਦੇ ਸੀਗੇ 2018 ਦੇ ਵਿੱਚ। ਸਿਰਫ ਕਵਰ ਕਰਦੇ ਸੀ ਅਸੀਂ ਹੈਲਥ। ਹੁਣ ਹੈਲਥ ਦੇ ਵਿੱਚ ਤੁਹਾਨੂੰ ਪਤਾ ਹੀ ਹੈ, ਡਾਕਟਰਸ ਆ ਗਏ, ਨਰਸਿਸ ਆ ਗਏ, ਤੇ ਫਿਰ ਟੈਕਨੋਲੋਜੀ 'ਚ ਟੈਕਨੀਸ਼ੀਅਨਸ ਆ ਗਏ, ਆਰਕੀਟੈਕਟ ਆ ਗਏ, ਫਿਰ ਹੈਲਥ ਦੇ ਵਿੱਚ ਐਜੂਕੇਸ਼ਨ ਦੇ ਵਿੱਚ ਟੀਚਰਸ ਆ ਗਏ, ਸੋਸ਼ਲ ਵਰਕਰਸ ਆ ਗਏ। ਬਸ 3 ਹੀ ਸੀਗੇ ਪਹਿਲਾਂ 2018 ਦੇ ਵਿੱਚ। ਤੇ ਫਿਰ ਹੁਣ 2019 ਦੇ ਵਿੱਚ ਉਹਨਾਂ ਨੇ 2 ਹੋਰ ਐਡ ਕਰਤੇ ਸੈਕਟਰਸ, ਜਿਹੜੇ ਕਿ ਤੁਹਾਨੂੰ ਮੈਂ ਦੱਸਿਆ ਹੀ ਆ, ਲਾਅ, ਅਕਾਊਂਟਿੰਗ ਤੇ ਹੋਰ ਵੀ। ਹਾਂਜੀ, ਸੋ ਉਸ ਦੇ ਨਾਲ ਮਤਲਬ ਕਿ ਇਹ ਵਧੀਆ ਹੈ ਬਿਕਾਜ਼ ਇਹਨਾਂ ਦੀ ਜਿਹੜੀ ਹਾਈ ਡਿਮਾਂਡ ਬਹੁਤ ਹੀ ਜ਼ਿਆਦਾ ਹੈਗੀ ਇਸ ਪ੍ਰੋਗਰਾਮ ਦੀ। ਹੁਣੇ 2 ਮਹੀਨੇ ਪਹਿਲਾਂ, ਸੋ ਹੁਣ ਲਾਈਕ 2019 2018 ਦੀ ਤੁਸੀਂ ਗੱਲ ਕੀਤੀ, ਹੁਣ ਲਾਈਕ 2020 ਹੈ, 2020 ਦੇ ਵਿੱਚ ਕੁਝ ਐਡ ਆਨ ਹੋਈਆਂ ਇਹਦੇ ਵਿੱਚ? ਐਬਸੋਲੂਟਲੀ, ਉਹਨਾਂ ਨੇ ਆਪਣੀ ਬਿਕਾਜ਼ ਹਾਈ ਡਿਮਾਂਡ ਕਰਕੇ ਉਹਨਾਂ ਨੇ ਆਪਣੀ ਲੋਕੇਸ਼ਨਸ ਐਕਸਟੈਂਡ ਕੀਤੀਆਂ ਨੇ, ਐਕਸਪੈਂਡ ਕੀਤੀਆਂ ਨੇ। ਹੁਣ ਜਿਵੇਂ ਮੈਂ ਹੁਣੇ ਜੁਆਇਨ ਕੀਤਾ 2 ਮਹੀਨੇ ਪਹਿਲਾਂ, ਸਾਡੀ ਐਬਸਫੋਰਡ ਲੋਕੇਸ਼ਨ ਖੁੱਲੀ ਹੈ। ਸੋ ਉੱਥੇ ਅਸੀਂ ਐਬਸਫੋਰਡ ਦੇ ਜਿਹੜੇ ਸਾਰੇ ਜਣੇ ਹੈਗੇ ਨੇ ਉਹਨਾਂ ਨੂੰ ਸਰਵ ਕਰਦੇ ਨੇ। ਇੱਕ ਵਿਕਟੋਰੀਆ ਦੇ ਵਿੱਚ ਖੁੱਲੀ ਹੈ ਤੇ ਉਹ ਵੀ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਚੱਲ ਰਹੀ ਹੈ ਹੁਣ। ਤੇ ਇਸ ਕਰਕੇ ਇੱਦਾਂ ਦੀ ਜਿਹੜੀ ਓਪਰਚੁਨਿਟੀ ਹੈਗੀ ਹੈ ਕਿ ਕਿਉਂਕਿ ਪਹਿਲਾਂ ਕਈ ਸਾਲ ਪਹਿਲਾਂ ਇੱਦਾਂ ਨਹੀਂ ਹੁੰਦੀ ਸੀ। ਹੁਣ ਜਿਵੇਂ ਮੇਰੇ ਵੀ ਜਿੱਦਾਂ ਫੈਮਿਲੀ ਦੇ ਵਿੱਚ ਹੈਗੇ ਨੇ ਜਿਹੜੇ ਡਾਕਟਰਸ ਨੇ, ਨਰਸ, ਉਹਨਾਂ ਨੂੰ ਨਹੀਂ ਸੀਗਾ ਇਹ ਸਾਰਾ ਪਤਾ। ਸੋ ਇੱਕ ਚੀਜ਼ ਇੱਕ ਹੋਰ ਹੈਗੀ, ਇਹ ਸਿਰਫ ਲੋਨ ਨਹੀਂ ਹੈਗਾ, ਲੋਨ ਤੁਸੀਂ ਕਿਤੋਂ ਵੀ ਲੈ ਸਕਦੇ ਆ। ਇਹ ਲੋਨ ਦੇ ਨਾਲ ਤੁਹਾਨੂੰ ਸਪੋਰਟਿੰਗ ਸਰਵਿਸਿਜ਼ ਵੀ ਮਿਲਦੀਆਂ ਨੇ। ਸੋ ਜਿਹੜੀਆਂ ਮਤਲਬ ਕਿ ਮੈਂ ਤੁਹਾਨੂੰ ਦੱਸਦੀ ਹਾਂ, ਇਹ ਸਰਵਿਸਿਜ਼ ਜਿਵੇਂ ਕਿ ਰੈਜ਼ੂਮੇ ਰਿਵਿਊ ਹੋ ਗਿਆ ਨਾਲ, ਕਿਉਂਕਿ ਇੱਕ ਰੈਜ਼ੂਮੇ ਰਿਵਿਊ, ਜੇ ਤੁਹਾਡਾ ਰੈਜ਼ੂਮੇ ਗੁੱਡ ਹੈ ਤੇ ਤੁਹਾਨੂੰ ਜੌਬ ਮਿਲੇਗੀ। ਠੀਕ ਹੈ ਜੀ, ਕਲੀਅਰ ਹੋਣਾ ਚਾਹੀਦਾ ਵਧੀਆ ਤਰੀਕੇ ਦੇ ਨਾਲ। ਤੇ ਸਾਡੇ ਕੋਲ ਪ੍ਰੋਫੈਸ਼ਨਲਸ ਹੈਗੇ ਨੇ ਜਿਹੜਾ ਕਿ ਤੁਹਾਡਾ ਰੈਜ਼ੂਮੇ ਸਾਰਾ ਦੇਖਦੇ ਨੇ, ਕੀ ਮਿਸਟੇਕਸ ਨੇ, ਕੀ ਚੀਜ਼ਾਂ ਨੇ, ਕਿੱਦਾਂ ਤੁਸੀਂ ਵਧੀਆ ਬਣਾ ਸਕਦੇ ਨੇ। ਸੋ ਇੱਕ ਸਰਵਿਸ ਹੈ। ਦੂਜੀ ਤੁਸੀਂ ਦੇਖ ਸਕਦੇ ਹੋ ਕਾਉਂਸਲਿੰਗ ਹੋ ਗਈ, ਕਰੀਅਰ ਕਾਉਂਸਲਿੰਗ, ਹੈ ਨਾ। ਤੀਜੀ ਹੋ ਗਈ ਮੈਂਟਰਸ਼ਿਪ ਹੋ ਗਈ, ਵੋਲੰਟੀਅਰ ਓਪਰਚੁਨਿਟੀਜ਼ ਹੋ ਗਈਆਂ, ਨਾਲ ਤੁਸੀਂ ਇੰਪਲੋਇਮੈਂਟ ਕੋਚਿੰਗ ਹੋ ਗਈ। ਬਹੁਤ ਹੀ ਵਧੀਆ ਤਰੀਕੇ ਦੇ ਨਾਲ ਅਸੀਂ ਤੁਹਾਡੀ ਸਪੋਰਟ ਕਰਦੇ ਹਾਂ। ਇਟਸ ਨਾਟ ਸਮਥਿੰਗ ਤੁਸੀਂ ਲੋਨ ਲੈ ਲਿਆ, ਪੈਸਾ ਲੈ ਲਿਆ, ਦੈਟਸ ਇਟ, ਸਾਡਾ ਕੁਝ ਨਹੀਂ ਹੈਗਾ ਤੁਹਾਡੇ ਨਾਲ। ਪੂਰੀ ਫੈਮਿਲੀ ਵਾਂਗੂ ਅਸੀਂ ਤੁਹਾਨੂੰ ਟਰੀਟ ਕਰਦੇ ਹਾਂ, ਪੂਰੀ ਚੰਗੀ ਤਰ੍ਹਾਂ ਅਸੀਂ ਤੁਹਾਡੀ ਟੇਕ ਕੇਅਰ ਕਰਦੇ ਹਾਂ। ਤੇ ਨਾਲ ਜਿਹੜੀ ਵੀ ਤੁਹਾਨੂੰ ਕਮੀ ਹੈਗੀ ਆ, ਲੋੜ ਹੈਗੀ ਆ, ਤੁਹਾਡੀ ਵੀਕਨੈਸ ਹੈਗੀ ਆ ਫਿਰ ਵਾਪਸ ਜਾਣ ਦੀ, ਉਹ ਅਸੀਂ ਪੂਰੀ ਤਰ੍ਹਾਂ ਕੋਸ਼ਿਸ਼ ਕਰਦੇ ਹਾਂ ਕਿ ਤੁਹਾਨੂੰ ਉਹ ਸਾਰੀਆਂ ਸਹੂਲਤਾਂ ਜਿਹੜੀਆਂ ਫ੍ਰੀ ਨੇ ਉਹ ਤੁਹਾਨੂੰ ਮਿਲਣ। ਤੇ ਜਸਵੀਰ, ਹਰ ਯੋਗ ਵਿਅਕਤੀ ਜਿਹੜਾ ਐਲੀਜੀਬਲ ਵਿਅਕਤੀ ਆ, ਉਹਨੂੰ FCR ਪ੍ਰੋਗਰਾਮ ਦੇ ਥਰੂ ਹੀ ਇਹ ਸਾਰੀ ਚੀਜ਼ ਕਰਨੀ ਪਏਗੀ? ਹਾਂਜੀ, ਬਿਲਕੁਲ। ਸੋ ਇਹ ਬਣਿਆ ਹੀ ਉਸ ਤਰ੍ਹਾਂ ਹੈ। ਸੋ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ 4 ਲੋਕੇਸ਼ਨਸ ਨੇ ਸਾਡੇ, ਸਰੀ ਦੇ ਵਿੱਚ, ਵੈਨਕੂਵਰ ਦੇ ਵਿੱਚ, ਹੁਣ ਐਬਸਫੋਰਡ ਤੇ ਵਿਕਟੋਰੀਆ ਦੇ ਵਿੱਚ। ਤੁਸੀਂ ਜਿੱਦਾਂ ਮਰਜ਼ੀ ਸਾਨੂੰ ਕੰਟੈਕਟ ਕਰ ਸਕਦੇ ਹੋ। ਉਸ ਦੇ ਨਾਲ ਹੁਣ ਮੈਂ ਤੁਹਾਨੂੰ ਪ੍ਰੋਸੈਸ ਵੀ ਦੱਸ ਸਕਦੀ ਹਾਂ ਨਾ, ਜਿਹੜੀ ਕਿ ਮਤਲਬ ਹੁਣ ਕੋਈ ਆਇਆ, ਠੀਕ ਹੈ ਨਾ, ਉਹਨਾਂ ਕੋਲ ਲੈਟਸ ਸੇ ਡਾਕਟਰ ਕੋਈ ਆਇਆ ਹੈ ਨਾ, ਤੇ ਉਹਨੂੰ ਕੋਈ ਕਿਸੇ ਵੀ ਤਰ੍ਹਾਂ ਦੀ ਆਈ ਹੈ, ਅਸੀਂ ਪਹਿਲਾਂ ਕੀ ਦੇਖਦੇ ਉਹਨਾਂ ਦੇ ਕ੍ਰੈਡੈਂਸ਼ੀਅਲਸ, ਕੀ ਉਹਨਾਂ ਕੋਲ ਤੁਸੀਂ ਪੜ੍ਹਾਈ ਕੀ ਕੀਤੀ ਹੋਈ ਹੈ, ਠੀਕ ਹੈ ਨਾ, ਇੱਦਾਂ ਕੰਮ ਹੁੰਦਾ ਹੈ। ਸੋ ਪੜ੍ਹਾਈ ਉਹਨਾਂ ਦੀ ਦੇਖਦੇ ਹਾਂ ਸਾਰੀ ਚੰਗੀ ਤਰ੍ਹਾਂ, ਫਿਰ ਅਸੀਂ ਪੁੱਛਦੇ ਹਾਂ ਕਿ ਤੁਹਾਡੇ ਗੋਲਸ ਕੀ ਨੇ, ਹੈ ਨਾ। ਚੰਗੀ ਤਰ੍ਹਾਂ ਅਸੀਂ ਅਸੈਸ ਕਰਦੇ ਹਾਂ, ਜਿਹੜੇ ਸਾਡੇ ਪ੍ਰੋਫੈਸ਼ਨਲ ਕਾਉਂਸਲਰਸ ਨੇ ਉਹ ਅਸੈਸ ਕਰਦੇ ਨੇ ਕਿ ਤੁਸੀਂ ਬਣਨਾ ਕੀ ਚਾਹੁੰਦੇ ਨੇ। ਹੁਣ ਕਈ ਵਾਰੀ ਜਿਹੜੇ ਟੀਚਰਸ ਵੀ ਆਉਂਦੇ ਨੇ, ਉਹਨਾਂ ਦਾ ਸ਼ੋਰਟ ਟਰਮ ਗੋਲਸ ਹੁੰਦਾ ਹੈ ਕਿ ਮੈਂ ਅਸਿਸਟੈਂਟ ਟੀਚਰ ਬਣਨਾ ਹੈ, ਕਿਉਂਕਿ ਹੁਣ ਕਈ ਵਾਰੀ ਬੱਚੇ ਛੋਟੇ ਹੁੰਦੇ ਨੇ, ਤੇ ਲੌਂਗ ਟਰਮ ਗੋਲ ਉਹਨਾਂ ਨੇ ਟੀਚਰ ਬਣਨਾ ਹੈ, ਠੀਕ ਹੈ ਜੀ। ਸੋ ਉਸ ਦੇ ਨਾਲ ਫਿਰ ਪਹਿਲਾਂ ਅਸੀਂ ਚੰਗੀ ਤਰ੍ਹਾਂ ਤੁਹਾਨੂੰ ਦੇਖਦੇ ਕਿ ਤੁਸੀਂ ਕੀ ਕਰਨਾ ਚਾਹੁੰਦੇ ਆ, ਠੀਕ ਹੈ। ਐਵੇਂ ਨਹੀਂ ਕਿ ਤੁਸੀਂ ਆਹ ਕਰੋ, ਐਦਾਂ ਕਰੋ, ਨਹੀਂ, ਪਹਿਲਾਂ ਅਸੀਂ ਤੁਹਾਡੀ ਗੱਲ ਚੰਗੀ ਤਰ੍ਹਾਂ ਸੁਣਦੇ ਹਾਂ, ਫਿਰ ਉਸ ਦੇ ਨਾਲ ਅਸੀਂ ਤੁਹਾਡਾ ਕਰੀਅਰ ਐਕਸ਼ਨ ਪਲਾਨ ਬਣਾਉਂਦੇ ਹਾਂ। ਹੁਣ ਉਹਦੇ ਵਿੱਚ ਤੁਹਾਨੂੰ ਅਸੀਂ A to Z ਪੂਰਾ ਦੱਸਦੇ ਹਾਂ ਕਿ ਕਿਹੜਾ ਰਾਹ ਲੈ ਕੇ ਕਿਵੇਂ ਛੇਤੀ ਤੋਂ ਛੇਤੀ ਤੁਸੀਂ ਬ੍ਰਿਜਿੰਗ ਕੋਰਸਿਸ, ਪ੍ਰੋਗਰਾਮਸ ਜਾਂ ਰੈਗੂਲੇਟਰੀ ਬੋਡੀਜ਼ ਨਾਲ ਰਜਿਸਟਰ ਕਰਕੇ ਕਿਸ ਤਰ੍ਹਾਂ ਤੁਸੀਂ ਉਸ ਆਪਣੀ ਡੈਸਟੀਨੇਸ਼ਨ, ਜਿਹੜਾ ਕਲੀਅਰ ਤੁਹਾਡਾ ਗੋਲ ਹੈ, ਕਿਵੇਂ ਤੁਸੀਂ ਪਹੁੰਚ ਸਕਦੇ ਹੋ, ਠੀਕ ਹੈ। ਉਸ ਦੇ ਨਾਲ ਜਦੋਂ ਤੁਸੀਂ ਸਾਰੀ ਅਪਗ੍ਰੇਡ ਕਰ ਲਈ, ਲੋਨ ਲੈ ਲਿਆ ਨਾ, ਲੋਨ ਲੈ ਕੇ ਸਾਰਾ ਅਪਗ੍ਰੇਡ ਕਰ ਲਿਆ, ਫਿਰ ਅਸੀਂ ਜਿਹੜੀਆਂ ਅਗੇਨ ਮੈਂ ਤੁਹਾਨੂੰ ਦੱਸਿਆ ਸੀ ਫ੍ਰੀ ਸਰਵਿਸਿਜ਼ ਹੈਗੀਆਂ ਨੇ,
ਇੰਪਲੋਇਮੈਂਟ ਕੋਚਿੰਗ ਮੈਂਟਰਸ਼ਿਪ ਹੁਣ ਉਹ ਸਾਰੀਆਂ ਅਸੀਂ ਦਿੰਦੇ ਨੇ ਵੋਲੰਟੀਅਰ ਓਪਰਚੁਨਿਟੀਜ਼ ਹੁਣ ਸਾਡੇ ਕੋਲ ਇੱਕ ਮਿਸਾਲ ਦੇ ਤੌਰ ਤੇ ਫਿਰ ਡਾਕਟਰ ਲੈ ਲਈਏ ਹੈ ਨਾ ਬਿਲਕੁਲ ਠੀਕ ਹੈ ਤੇ ਉਹ ਆਏ ਸੀ ਸਾਡੇ ਕੋਲ ਠੀਕ ਹੈ ਜੀ ਤੇ ਵੈਟਰਨਰੀਅਨ ਸੀਗੇ ਉਹ ਸੋ ਉਹ ਉਹਨਾਂ ਨੇ ਆਣ ਕੇ ਪਹਿਲੀ ਗੱਲ ਆ ਕੇ ਉਹਨਾਂ ਨੇ ਲੋਨ ਲਿਆ ਤੇ ਹੁਣ ਉਹ ਪੂਰੀ ਤਰ੍ਹਾਂ ਸਮਝੇ ਕਿ ਇੱਦਾਂ ਕਰਨਾ ਆ ਤੇ ਮੈਂ ਉਹਨਾਂ ਨੂੰ ਵਿਜ਼ਿਟ ਕੀਤਾ ਥੋੜੇ ਵੀਕ ਪਹਿਲਾਂ ਤੇ ਉਹ ਹੁਣ ਹੀ ਇਜ਼ ਵਰਕਿੰਗ ਇਨ ਐਬਸਫੋਰਡ ਐਨੀਮਲ ਹਸਪੀਟਲ ਦੇ ਵਿੱਚ ਕੰਮ ਕਰ ਰਹੇ ਨੇ ਐਂਡ ਹੀ ਇਜ਼ ਮੇਕਿੰਗ ਓਵਰ 90K 90,000 ਦੀ ਉਹਨਾਂ ਦੀ ਜਿਹੜੀ ਸੈਲਰੀ ਹੈਗੀ ਆ ਈਅਰ ਦੀ ਐਂਡ ਇੱਕ ਹੋਰ ਲੇਡੀ ਸੀ ਜਿਹੜੇ ਕਿ ਆਰਕੀਟੈਕਟ ਸੀਗੇ ਲੇਡੀ ਹੈ ਨਾ ਤੇ ਉਹ ਬੇਸਿਕਲੀ ਜਿੱਦਾਂ UBC ਤੋਂ ਉਹਨਾਂ ਨੇ ਆਪਣੀ ਮਾਸਟਰਸ ਦੀ ਡਿਗਰੀ ਕੀਤੀ ਸੀ ਤੇ ਫਿਰ ਉਹ ਸੋਚਦੇ ਸੀ ਕਿ ਮੈਂ ਦੂਸਰੀ ਇੱਕ ਹੋਰ ਮਾਸਟਰਸ ਦੀ ਡਿਗਰੀ ਕਰਨੀ ਆ ਹੈ ਨਾ ਤੇ ਉਹ ਫਿਰ ਸਾਡੇ ਕੋਲ ਆਏ ਲੋਨ ਲੈਣ ਤੇ ਉਹਨਾਂ ਨੂੰ ਲੋਨ ਬੇਸਿਕਲੀ ਚਾਹੀਦਾ ਸੀਗਾ 1700 ਦਾ ਲੈਪਟਾਪ ਲੈਣ ਲਈ ਸੋ ਸਾਡੇ ਜਿਹੜੇ ਕੈਰੀਅਰ ਕਾਉਂਸਲਰ ਸੀਗੇ ਉਹਨਾਂ ਨੇ ਕਿਹਾ ਕਿ ਤੁਸੀਂ ਇੱਦਾਂ ਕਰੋ ASTTBC ਇੱਕ ਟੈਕਨੋਲੋਜਿਸਟ ਹੈ ਨਾ ਤੁਹਾਨੂੰ ਪਤਾ ਹੀ ਹੋਣਾ ਆ ਇਹ ਰੈੱਡ ਸੀਲ ਸਾਰਾ ਕੁਝ ਹੁੰਦਾ ਉਹਨਾਂ ਦਾ ਤੇ ਤੁਸੀਂ ਉਹਨਾਂ ਦੇ ਨਾਲ ਰਜਿਸਟਰ ਕਾਹਤੇ ਨਹੀਂ ਕਰਦੇ ਉਹਨਾਂ ਨੇ ਕੀਤਾ $230 ਦਾ ਆਈ ਥਿੰਕ ਐਗਜ਼ਾਮ ਹੁੰਦਾ ਹੈ ਉਹਨਾਂ ਦਾ ਹੈ ਨਾ ਉਹਨਾਂ ਨੇ ਸਾਰਾ ਕਰਕੇ ਮਾਮੂਲੀ ਜਿਹਾ ਆਪਣਾ ਛੋਟਾ ਜਿਹਾ ਐਗਜ਼ਾਮ ਦੇ ਕੇ ਉਹਨਾਂ ਨੂੰ ਨੈਟਵਰਕਿੰਗ ਓਪਰਚੁਨਿਟੀਜ਼ ਮਿਲ ਗਈ ਉਹਨਾਂ ਹੋਰ ਜਿਹੜੇ ਆਰਕੀਟੈਕਟ ਸੀਗੇ ਉਹਨਾਂ ਦੇ ਨਾਲ ਕਨੈਕਟ ਹੋ ਕੇ ਨਾ ਹੁਣ ਉਹ basically ਕੰਮ ਕਰ ਰਹੇ ਨੇ ਸਿਟੀ ਬਰਨਵੀ ਦੇ ਵਿੱਚ ਐਂਡ ਸ਼ੀ ਇਜ਼ ਮੇਕਿੰਗ ਓਵਰ ਅਗੇਨ 96K ਸੋ ਅਗੇਨ ਆਈ ਮੀਨ ਇਹ ਸਕਸੈਸ ਸਟੋਰੀਜ਼ ਦੇ ਨਾਲ ਸਾਨੂੰ ਵੀ ਲਾਈਕ ਇੰਸਪੀਰੇਸ਼ਨ ਮਿਲਦੀ ਹੈ ਕਿ ਐਟ ਦੀ ਐਂਡ ਆਫ ਦ ਡੇ ਇਟਸ ਬਹੁਤ ਹੀ ਵਧੀਆ ਪ੍ਰੋਗਰਾਮ ਹੈ ਐਟ ਦੀ ਐਂਡ ਆਫ ਦੇ ਅਸੀਂ ਬੈਠੇ ਸਿਰਫ ਹੈਲਪ ਕਰਨ ਲਈ ਜੀ ਠੀਕ ਹੈ ਜੀ ਹਾਂਜੀ ਸੋ ਜਸਵੀਰ ਯਕੀਨਨ ਲੋਕਾਂ ਨੇ ਜਦੋਂ ਤੁਹਾਡੇ ਤੱਕ ਰੀਚ ਕਰਨੀ ਹੋਏਗੀ ਜਾਂ ਲਾਈਕ ਹੁਣ ਵੀ ਜੇ ਲੋਕੀ ਤੁਹਾਡੀਆਂ ਗੱਲਾਂ ਸੁਣ ਰਹੇ ਨੇ ਤਾਂ ਜੇ ਮੰਨ ਲਓ ਤੁਹਾਨੂੰ ਸਰਚ ਕਰ ਰਹੇ ਨੇ ਤੇ ਤੁਹਾਡੇ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕਿਹੜੇ ਪਲੇਟਫਾਰਮ ਦੇ ਉੱਤੇ ਜਾ ਕੇ ਉਹ ਤੁਹਾਨੂੰ ਸਰਚ ਕਰ ਸਕਦੇ ਨੇ ਜਾਂ ਕਿਸੇ ਨੇ ਪ੍ਰੋਗਰਾਮ ਸੰਬੰਧੀ ਅਗਰ ਤੁਹਾਡੇ ਕੋਲ ਵਿਜ਼ਿਟ ਨਹੀਂ ਕਰ ਪਾ ਰਿਹਾ ਤਾਂ ਕੋਈ ਆਨਲਾਈਨ ਇਦਾਂ ਦੀਆਂ ਸਹੂਲਤਾਂ ਹੈਗੀਆਂ ਨੇ ਕਿ ਉਹ ਆਨਲਾਈਨ ਵੀ ਕਰ ਸਕਦੇ ਨੇ ਉਹਦੇ ਲਈ ਅਪਲਾਈ ਬਿਲਕੁਲ ਹੈਗੀਆਂ ਨੇ ਸੋ ਅਸੀਂ ਬਹੁਤ ਹੀ ਆਸਾਨ ਬਣਾਇਆ ਹੋਇਆ ਹੈ ਹੁਣ ਸਪੈਸ਼ਲੀ ਕੋਵਿਡ ਕਰਕੇ ਰਿਸਕ ਤੇ ਨਹੀਂ ਕੋਈ ਵੀ ਰਿਸਕ ਦੇ ਵਿੱਚ ਨਹੀਂ ਲੈਣਾ ਚਾਹੁੰਦਾ ਨਾ ਸਾਰਿਆਂ ਦੇ ਪਰਿਵਾਰ ਹੁੰਦੇ ਨੇ ਸੋ ਇਸ ਕਰਕੇ ਤੁਸੀਂ ਪਹਿਲੀ ਗੱਲ ਹੈਗੀ ਆ ਸਾਡੀ ਵੈਬਸਾਈਟ ਤੇ ਜਾ ਸਕਦੇ ਹੋ ਜਿਹੜੀ ਕਿ www.fcrloans.ca ਤੁਸੀਂ ਉੱਥੇ ਕਾਲ ਕਰ ਸਕਦੇ ਹੋ ਜਾਂ ਤੁਸੀਂ ਕਾਲ ਕਰ ਸਕਦੇ ਹੋ ਜਿਹੜਾ ਸਾਡਾ ਫੋਨ ਨੰਬਰ ਹੈ 604-596-7722 ਐਕਸਟੈਂਸ਼ਨ 167 ਤੇ ਉੱਥੇ ਤੁਸੀਂ ਆਪਣੀ ਸਾਡੇ ਨਾਲ ਜ਼ੂਮ ਤੇ ਵੀ ਗੱਲ ਕਰ ਸਕਦੇ ਹੋ ਜੇ ਤੁਸੀਂ ਉੱਦਾਂ ਵੀ ਸਲਾਹ ਲੈਣੀ ਹੈ ਕੋਈ ਐਦਾਂ ਦਾ ਕੋਈ ਚਾਰਜ ਨਹੀਂ ਸਲਾਹ ਲੈਣੀ ਅਗੇਨ ਫ੍ਰੀ ਸਰਵਿਸਿਜ਼ ਨੇ ਉਦੋਂ ਵੀ ਅਸੀਂ ਫੋਨ ਤੇ ਵੀ ਕਰ ਸਕਦੇ ਨੇ ਸਾਡੇ ਨਾਲ ਤੁਸੀਂ ਕਰ ਸਕਦੇ ਨੇ ਉਸ ਦੇ ਨਾਲ ਜੇ ਤੁਹਾਨੂੰ ਕੋਈ ਰਜਿਸਟ੍ਰੇਸ਼ਨ ਫਾਰਮ ਜਾਂ ਕੋਈ ਵੀ ਹੋਰ ਕੁਐਸਚਨ ਹੈ ਉਹ ਅਸੀਂ ਤੁਹਾਡੀ ਹੈਲਪ ਵੀ ਕਰਦੇ ਨੇ ਭਰਨ ਦੇ ਵਿੱਚ ਸੋ ਹਾਂਜੀ ਜੀ ਸੋ ਇਸ ਤੋਂ ਇਲਾਵਾ ਜਸਵੀਰ ਤੁਹਾਡੀ ਲਾਈਕ ਕਿੰਨੇ ਜਣਿਆਂ ਦੀ ਟੀਮ ਹੁੰਦੀ ਹੈ ਜਿਹੜੀ ਟੀਮ ਹੈ ਉਹ ਕੰਮ ਕਿਵੇਂ ਕਰਦੀ ਹੈ ਮਤਲਬ ਜਦੋਂ ਏਪੈਕਸ ਸੁਸਾਇਟੀ ਦਾ ਕੋਈ ਵੀ ਕੰਮ ਹੁੰਦਾ ਹੈ ਲੋਨ ਰਿਗਾਰਡਿੰਗ ਹੈ ਜਾਂ ਕਿਸੇ ਵੀ ਤਰੀਕੇ ਨਾਲ ਕੋਈ ਨਵਾਂ ਪ੍ਰੋਗਰਾਮ ਵੀ ਵਿੱਚ ਇਨਕਲੂਡ ਹੁੰਦਾ ਤਾਂ ਉਹਦੀ ਤਿਆਰੀ ਕਿਵੇਂ ਕਰਾਈ ਜਾਂਦੀ ਹੈ ਸਾਰੀ ਟੀਮ ਦੀ ਐਬਸੋਲੂਟਲੀ ਵੀ ਸਾਡੇ ਕੋਲ ਵੀਕਲੀ ਮੀਟਿੰਗਸ ਹੁੰਦੀਆਂ ਨੇ ਐਕਚੁਅਲੀ ਸਾਰੇ ਸਾਡੇ ਮਾਰਨਿੰਗ ਦੇ ਵਿੱਚ ਮੀਟਿੰਗਸ ਹੁੰਦੀਆਂ ਨੇ ਸਾਡੇ ਜਿਹੜੀ ਮੈਨੇਜਰ ਹੈ ਰਾਜਪ੍ਰਾਲ ਉਹ ਸਾਨੂੰ ਸਾਰਿਆਂ ਨੂੰ ਗਾਈਡ ਕਰਦੇ ਨੇ ਸਾਰੀ ਟੀਮ ਨੂੰ ਕਿ ਤੁਸੀਂ ਕਿੰਨੇ ਕਲਾਇੰਟ ਨੇ ਤੁਹਾਡੇ ਕਿਹੜੀਆਂ ਤੁਸੀਂ ਫ੍ਰੀ ਸਰਵਿਸਿਜ਼ ਕਿਸੇ ਨੂੰ ਦੇ ਰਹੇ ਨੇ ਕਿਸ ਤਰ੍ਹਾਂ ਤੁਸੀਂ ਟੇਕ ਕੇਅਰ ਕਰ ਰਹੇ ਨੇ ਕੀ ਮਸਲਾ ਕੋਈ ਵੀ ਮਸਲਾ ਜੇ ਹੈਗਾ ਅਸੀਂ ਡਿਸਕਸ ਕਰਦੇ ਨੇ ਸੋ ਇੱਦਾਂ ਨਹੀਂ ਹੈਗਾ ਕਿ ਕੋਈ ਸਾਡੇ ਕੋਲ ਇਸ਼ੂ ਹੈਗਾ ਜਾਂ ਕੋਈ ਕਲਾਇੰਟ ਸੈਟਿਸਫਾਈ ਨਹੀਂ ਹੈਗਾ ਅਸੀਂ ਟਰਾਈ ਬੈਸਟ ਕਰਦੇ ਹਾਂ ਕਿ ਉਹਨਾਂ ਨੂੰ ਚੰਗੀ ਤੋਂ ਚੰਗੀ ਤਰ੍ਹਾਂ ਸਰਵਿਸ ਕਸਟਮਰ ਸਰਵਿਸ ਦੇ ਨਾਲ ਜਿਹੜੀ ਸਲਾਹ ਹੈ ਉਹਨਾਂ ਨੂੰ ਟੌਪ ਮਿਲੇ ਜਿਸ ਕਰਕੇ ਜਿਹੜੇ ਸਾਡੇ ਪਾਰਟਨਰਸ ਵੀ ਹੈਗੇ ਨੇ ਵੈਨ ਸਿਟੀ ਹੁਣ ਤੁਹਾਨੂੰ ਪਤਾ ਹੀ ਜਿਹੜਾ ਸਾਨੂੰ ਲੋਨ ਦਿੰਦੀ ਹੈ ਨਾ ਉਸ ਦੇ ਨਾਲ ਹੋਰ CPA ਚਾਰਟਰ ਜਿਹੜੇ ਅਕਾਊਂਟੈਂਟਸ ਹੈਗੇ ਉਹ ਸਾਰੇ ਅਸੀਂ ਪ੍ਰੋਫੈਸ਼ਨਲਸ ਹੈਗੇ ਨੇ ਜਿਸ ਨੂੰ ਜਿਸ ਤਰ੍ਹਾਂ ਦੀ ਵੀ ਹੈਲਪ ਚਾਹੀਦੀ ਹੈ ਉਹ ਸਾਡੇ ਜਿਹੜੇ ਅਸੀਂ ਉਹਨਾਂ ਨੂੰ ਪ੍ਰੋਫੈਸ਼ਨਲਸ ਦੇ ਨਾਲ ਕਨੈਕਟ ਕਰਦੇ ਨੇ ਸੋ ਤਾਂ ਕਿ ਉਹਨਾਂ ਨੂੰ ਕੋਈ ਗਲਤ ਸਲਾਹ ਨਾ ਮਿਲੇ ਜੀ ਕਿਉਂਕਿ ਸਲਾਹ ਮਿਲਣੀ ਇਟਸ ਨਾਟ ਈਜ਼ੀ ਬਿਲਕੁਲ ਕਿਉਂਕਿ ਤੁਸੀਂ ਤਾਂ ਹੀ ਕਨਵਿੰਸ ਉਹਨਾਂ ਨੂੰ ਕਰ ਸਕਦੇ ਹੋ ਔਰ ਜਿਹੜਾ ਤੁਹਾਡੇ ਕੋਲ ਲੋਨ ਲੈਣ ਵਾਸਤੇ ਆ ਰਿਹਾ ਉਹ ਵੀ ਆਪਣੇ ਆਪ ਨੂੰ ਤਾਂ ਹੀ ਸੈਟੀਸਫਾਈਡ ਕਰ ਪਾਏਗਾ ਜੋ ਉਹਦੇ ਅੰਦਰ ਤਸੱਲੀ ਜਿਹੜੀ ਹੈ ਉਹਨੂੰ ਸਮਝ ਜਿਹੜੀ ਮਿਲ ਪਾਏਗੀ ਪ੍ਰੋਪਰ ਗਾਈਡ ਉਹਨੂੰ ਅੱਛਾ ਕੋਈ ਕਰ ਪਾਏਗਾ ਤਾਂ ਹਾਂਜੀ ਬਿਲਕੁਲ ਸੋ ਇਸ ਕਰਕੇ ਜਿਹੜੇ ਹੁਣ ਅੱਜ ਤੱਕ 2 ਸਾਲਾਂ ਤੱਕ ਜਿਹੜੇ ਵੀ ਅਸੀਂ ਆਪਣੇ ਕਲਾਇੰਟਸ ਦੀ ਹੈਲਪ ਕੀਤੀ ਹੈ ਸਕਸੈਸ ਉਹ ਬਣੇ ਨੇ ਹੈ ਨਾ ਤੇ ਉਹਨਾਂ ਸਾਰਿਆਂ ਦੀਆਂ ਸਟੋਰੀਆਂ ਤੁਸੀਂ ਸਾਡੇ ਵੈਬਸਾਈਟ 'ਤੇ ਜਾ ਕੇ ਉਹਨਾਂ ਦੀਆਂ ਪਿਕਚਰਸ ਵੀ ਨਾਲ ਨੇ ਉਹਨਾਂ ਦੀਆਂ ਸਾਰੀਆਂ ਸਟੋਰੀਆਂ ਤੁਸੀਂ ਪੜ੍ਹ ਸਕਦੇ ਹੋ ਕਿ ਇਹ ਐਵੇਂ ਨਹੀਂ ਹੈਗਾ ਕਿ ਬਿਜ਼ਨਸ ਹੈ ਇਟਸ ਲਾਈਕ ਅ ਫੈਮਿਲੀ ਬੇਸਿਕਲੀ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਅਸੀਂ ਤੁਹਾਡੀ ਟੇਕ ਕੇਅਰ ਕਰਦੇ ਹਾਂ ਜੇ ਤੁਸੀਂ ਲੋਨ ਵੀ ਨਹੀਂ ਲੈਣਾ ਹੈ ਨਾ ਦੂਸਰੀਆਂ ਸਰਵਿਸਿਜ਼
ਅਸੀਂ ਪ੍ਰੋਵਾਈਡ ਕਰਦੇ ਹਾਂ, ਹਨਾ, ਐਦਾਂ ਜ਼ਰੂਰੀ ਨਹੀਂ ਹੈਗਾ। ਬਟ ਦ ਥਿੰਗ ਇਜ਼ ਕਿ ਹੁਣ ਜਿੱਦਾਂ ਰੈਜ਼ੂਮੇ ਰਿਵਿਊ ਹੋ ਗਿਆ ਜਾਂ ਕਰੀਅਰ ਗਾਈਡੈਂਸ, ਸਭ ਤੋਂ ਬਿਲਕੁਲ ਫ੍ਰੀ ਹੈਗੀ ਆ। ਸੋ ਜੇ ਉਹ ਉਸ ਤਰ੍ਹਾਂ ਦੀਆਂ ਵੀ ਸਰਵਿਸਿਜ਼ ਚਾਹੀਦੀਆਂ, ਲੋਨ ਨਹੀਂ ਵੀ ਚਾਹੀਦਾ, ਕਿਉਂਕਿ ਇਟਸ ਅ ਫੀਅਰ, ਆਪਣੀ ਕਮਿਊਨਿਟੀ ਦੇ ਵਿੱਚ ਡਰ ਹੈਗਾ ਕਿ ਲੋਨ ਨਹੀਂ ਲੈਣਾ। ਬਟ ਜੇ ਤੁਹਾਡਾ ਟਾਈਮ ਸੇਵ ਹੁੰਦਾ ਆ ਤੇ ਤੁਸੀਂ ਇੱਕਦਮ ਆਪਣੇ ਕਰੀਅਰ ਦੇ ਵਿੱਚ ਸਕਸੈਸ ਸੈਟਲ ਹੋਣਾ ਚਾਹੁੰਦੇ ਆ, ਗਵਰਨਮੈਂਟ ਪੈਸਾ ਅਵੇਲੇਬਲ ਹੈਗਾ ਯਾਰ, ਤੇ ਕਿਉਂ ਨਹੀਂ ਯੂਜ਼ ਕਰੀਏ ਅਸੀਂ। ਹਾਂਜੀ। ਸੋ ਜਸਵੀਰ, ਬਾਕੀ ਬੈਂਕ ਵੀ ਹੈਗੇ ਨੇ, ਹੋਰ ਸੰਸਥਾਵਾਂ ਵੀ ਇੱਦਾਂ ਦੀਆਂ ਹੁੰਦੀਆਂ ਨੇ ਲਾਈਕ ਜਿਹੜੀਆਂ ਕਿ ਦੱਸਦੀਆਂ ਨੇ ਲੋਨ ਬਾਰੇ ਔਰ ਘੱਟ ਇੰਟਰਸਟ ਬਾਰੇ, ਤੇ ਲੋਕ ਤੁਹਾਡੇ ਤੇ ਯਾਨੀ ਕਿ ਪਿਕ ਸੁਸਾਇਟੀ ਤੇ ਜਿਹੜਾ ਕਿਉਂ ਟਰਸਟ ਕਰਨ? ਐਬਸੋਲੂਟਲੀ, ਬਿਲਕੁਲ ਗੱਲ ਤੁਹਾਡੀ ਸਹੀ ਆ। ਸੋ ਤੁਸੀਂ ਜਿੱਦਾਂ ਹੁਣ ਬੈਂਕ 'ਚ ਜਾਂਦੇ ਨੇ, ਉਹ ਕ੍ਰੈਡਿਟ ਚੈੱਕ ਕਰਦੇ ਨੇ, ਠੀਕ ਹੈ ਜੀ। ਉਹ ਫਿਰ ਕਈਆਂ ਦਾ ਕ੍ਰੈਡਿਟ ਨਹੀਂ ਹੁੰਦਾ, ਨਵੇਂ ਆਏ ਹੁੰਦੇ ਨੇ, ਹੈ ਨਾ, ਤੇ ਸਟਰਗਲ ਕਰਨੀ ਪੈਂਦੀ ਹੈ ਹੁਣ। ਤੇ ਇਹ ਕਈ ਹੁਣ ਸਟੂਡੈਂਟ ਲੋਨ ਵੀ ਮੈਂ ਤੁਹਾਨੂੰ ਦੱਸਿਆ ਹੀ ਆ, ਫੁੱਲ ਟਾਈਮ ਤੁਹਾਨੂੰ ਪੜ੍ਹਾਈ ਕਰਨੀ ਪੈਣੀ ਆ, ਕਈ ਵਾਰੀ ਕਈ ਲੋਕੀ ਨਹੀਂ ਕਰ ਸਕਦੇ। ਸੋ ਜਿਹੜਾ ਸਾਡਾ ਲੋਨ ਹੈਗਾ ਆ, ਉਹ ਤੁਸੀਂ ਫਲਾਈਟ ਸਵੇਰੇ ਚੜ੍ਹੋ, ਸ਼ਾਮ ਤੱਕ ਤੁਹਾਨੂੰ 15,000 ਅਵੇਲੇਬਲ ਹੋ ਸਕਦਾ ਹੈ। 24 ਆਵਰਸ ਦੇ ਵਿੱਚ? ਐਬਸੋਲੂਟਲੀ 24 ਆਵਰ ਦੇ ਵਿੱਚ ਬਸ ਇੰਨੀ ਕੀ ਪ੍ਰੋਸੈਸ ਹੈਗੀ ਹੈ। ਤੁਸੀਂ ਆਪਣਾ ਸਾਰੇ ਡਾਕੂਮੈਂਟਸ ਸਬਮਿਟ ਕਰਨ ਤੋਂ ਬਾਅਦ ਸਿਰਫ 24 ਆਵਰਸ ਲੱਗਦੇ ਨੇ, ਬਹੁਤ ਹੀ ਛੇਤੀ। ਹੁਣ ਕਈ ਵਾਰੀ ਹੁਣ ਥੋੜ੍ਹੇ ਜਿਹੇ ਅੱਗੇ ਜਾ ਕੇ ਹੁਣ ਐਡਮਿਸ਼ਨਸ ਵੀ ਹੋ ਰਹੀਆਂ ਨੇ ਕਾਲਜਿਸ ਦੇ ਵਿੱਚ, ਟਾਈਮ ਘੱਟ ਹੁੰਦਾ ਹੈ। ਸੋ ਆਈ ਮੀਨ ਬਹੁਤ ਹੀ ਫਲੈਕਸੀਬਲ ਹੈਗੀਆਂ ਨੇ ਪੇਮੈਂਟਸ, ਤੇ 4 ਸਾਲਾਂ ਬਾਅਦ ਤੁਸੀਂ ਵਾਪਸ ਕਰ ਸਕਦੇ ਹੋ ਜੇ ਤੁਸੀਂ ਤੁਹਾਨੂੰ ਤੁਸੀਂ ਜਿੱਦਾਂ ਹੁਣ ਡਾਕਟਰ ਮੈਂ ਤੁਹਾਨੂੰ ਦੱਸਿਆ ਸੀ, ਉਹ ਡਾਕਟਰ ਬਣ ਗਏ ਸੀ ਕੁਝ ਮਹੀਨਿਆਂ ਦੇ ਵਿੱਚ, ਉਹਨਾਂ ਨੇ ਫਿਰ ਲੋਨ ਵਾਪਸ ਕਰ ਸਕਦੇ ਹੋ ਤੁਸੀਂ। ਐਦਾਂ ਨਹੀਂ ਕੋਈ ਹੈਗਾ ਕੋਈ ਜਿਹੜੇ ਦੇ ਵਿੱਚ ਤੁਸੀਂ ਸਟਕ ਹੋ ਗਏ ਆ। ਪੈਸਾ ਜੇ ਤੁਹਾਡੇ ਕੋਲ ਅਵੇਲੇਬਲ ਹੈਗਾ, ਤੁਸੀਂ ਰਿਟਰਨ ਜਦੋਂ ਮਰਜ਼ੀ ਕਰ ਸਕਦੇ ਹੋ 4 ਸਾਲਾਂ ਦੇ ਵਿੱਚ। ਹਾਂਜੀ। ਸੋ ਠੀਕ ਹੈ, ਇੱਕ ਮੇਰੇ ਮਾਈਂਡ ਦੇ ਵਿੱਚ ਜਸਵੀਰ ਇਹ ਸਵਾਲ ਆ ਰਿਹਾ ਕਿ ਇਹ ਤਾਂ ਰਹੀ ਗੱਲ ਕਿ ਕਸਟਮਰਸ ਦੇ ਵੱਲੋਂ, ਲਾਈਕ ਜਿਹਨੇ ਲੋਨ ਤੁਹਾਡੇ ਕੋਲੋਂ ਲੈਣਾ ਹੈ, ਇਹ ਤਾਂ ਉਹਦੀ ਤਸੱਲੀ ਦੀ ਗੱਲ ਰਹੀ। ਸੋ ਕੰਪਨੀ ਦੇ ਬਿਹਾਫ ਦੇ ਉੱਤੇ ਕਈ ਵਾਰੀ ਇਹ ਹੁੰਦਾ ਕਿ ਲੋਨ ਜਿਹੜੇ ਕਈ ਕਸਟਮਰ ਜਿਹੜੇ ਉਹ ਭੁਗਤਾਉਂਦੇ ਹੀ ਨਹੀਂ ਹੈ, ਕਈ ਵਾਰੀ ਉਹ ਲੱਭਦੇ ਹੀ ਨਹੀਂ ਹੈ, ਤਾਂ ਫਿਰ ਕੰਪਨੀ ਇੱਦਾਂ ਦੇ ਹਾਲਾਤਾਂ ਦੇ ਵਿੱਚ ਕੀ ਕਰਦੀ ਹੈ? ਤੁਸੀਂ ਮਤਲਬ ਕਿ ਜਿੱਦਾਂ ਕਈ ਕਲਾਇੰਟਸ ਲੋਨ ਜੀ ਨਹੀਂ ਲੈਂਦੇ? ਬਿਲਕੁਲ, ਕਈ ਆਈ ਮੀਨ ਜਿਹਨੇ ਲੋਨ ਲੈ ਲਿਆ, ਹਾਂਜੀ, ਮੰਨ ਲਓ, ਸੋ ਉਹਨਾਂ ਨੇ ਜਿਹੜਾ ਇੰਟਰਸਟ ਰੇਟ ਹੈ, ਉਹ ਇੰਟਰਸਟ ਰੇਟ ਹੈ ਜਿਹੜਾ ਉਹ ਭੁਗਤਾਨ ਨਹੀਂ ਪਾ ਰਹੇ ਸਮੇਂ ਦੇ ਉੱਤੇ, ਜਿਹੜੀ ਟਾਈਮ ਮਿੱਥਿਆ ਗਿਆ, ਜੋ ਨਹੀਂ ਭੁਗਤਾ ਪਾ ਰਹੇ, ਤੇ ਕੰਪਨੀ ਫਿਰ ਅਜਿਹੇ ਦੇ ਵਿੱਚ ਕੀ ਕਰਦੀ ਹੈ? ਹਾਂਜੀ ਬਿਲਕੁਲ। ਪਹਿਲੀ ਗੱਲ ਤਾਂ ਜਦੋਂ ਉਹ ਲੋਨ ਲੈਂਦੇ ਆ, ਸਾਡਾ ਜਿਹੜਾ ਫਾਈਨੈਂਸ਼ੀਅਲ ਐਡਵਾਈਜ਼ਰ ਉਹਨਾਂ ਨੂੰ ਚੰਗੀ ਤਰ੍ਹਾਂ ਸਮਝਾਉਂਦਾ ਹੈ ਕਿ ਦੇਖੋ ਤੁਸੀਂ ਕਿੰਨਾ ਕੁ ਕਰ ਸਕਦੇ ਹੋ, ਠੀਕ ਹੈ ਨਾ। ਉੱਥੇ ਫਲੈਕਸੀਬਿਲਿਟੀ ਦੀ ਗੱਲ ਆ ਜਾਂਦੀ ਹੈ, ਠੀਕ ਹੈ। ਤੇ ਉਸ ਦੇ ਨਾਲ ਪਹਿਲਾਂ ਪੁੱਛਦੇ ਆ ਕਿ ਤੁਸੀਂ 1 ਸਾਲ ਬਾਅਦ ਰਿਟਰਨ ਕਰਨਾ, 2 ਸਾਲ ਕਿ 4 ਸਾਲ ਤੁਹਾਨੂੰ ਚਾਹੀਦੇ ਆ। ਹੁਣ ਕਈ ਵਾਰੀ ਹਾਲਾਤ ਇੱਦਾਂ ਹੁੰਦੇ ਨੇ, ਹੁਣ ਕੋਵਿਡ ਕਰਕੇ ਬਿਲਕੁਲ ਕੋਈ ਇੱਕਦਮ ਕ੍ਰਾਈਸਿਸ ਕਰਕੇ ਨਹੀਂ ਕੋਈ ਕਰ ਪਾਇਆ ਟਾਈਮ ਤੇ ਆਪਣੀ ਰਕਮ ਨਹੀਂ ਦੇ ਪਾਇਆ। ਹਾਂਜੀ ਬਿਲਕੁਲ। ਤੇ ਉਸ ਦੇ ਨਾਲ ਇੱਦਾਂ ਆਈ ਕੈਨ ਸੇ ਕਿ ਪੈਨਲਟੀ ਇੱਦਾਂ ਦੀ ਤਾਂ ਨਹੀਂ ਹੈਗੀ ਕਿ ਜਿੱਦਾਂ ਤੁਸੀਂ ਰਿਟਰਨ, ਪਰ ਫਲੈਕਸੀਬਿਲਿਟੀ ਵੀ ਬਹੁਤ ਹੀ ਜ਼ਿਆਦਾ ਹੈ। ਸੋ ਜੇ ਕੁਛ ਇੱਦਾਂ ਦਾ ਹੁੰਦਾ ਹੈ ਤਾਂ ਤੁਸੀਂ ਫਿਰ ਸਾਡੇ ਨਾਲ ਸੰਪਰਕ ਕਰੋ, ਅਸੀਂ ਤੁਹਾਡੇ ਨਾਲ ਫਿਰ ਫਾਈਨੈਂਸ਼ੀਅਲ ਐਡਵਾਈਜ਼ਰ ਨਾਲ ਕਨੈਕਟ ਕਰ ਸਕਦੇ ਹਾਂ। ਤੇ ਉਸ ਦੇ ਨਾਲ ਤੁਸੀਂ ਬਿਲਕੁਲ ਤੁਹਾਡੀ ਅਸੀਂ ਟਰਾਈ ਕਰਦੇ ਹਾਂ ਕਿ ਵੱਧ ਤੋਂ ਵੱਧ ਅਸੀਂ ਤੁਹਾਡੀ ਹੈਲਪ ਕਰ ਸਕੀਏ, ਵੱਧ ਤੋਂ ਵੱਧ ਤੁਹਾਡੀ ਸਿਚੁਏਸ਼ਨ ਅੰਡਰਸਟੈਂਡ ਕਰਕੇ ਉਸ ਤਰੀਕੇ ਦੇ ਨਾਲ ਅਸੀਂ ਤੁਹਾਡਾ ਸੋਲੂਸ਼ਨ ਬਣ ਸਕੀਏ। ਰਾਈਟ ਅਵੇ ਜਸਵੀਰ, ਇੱਕ ਵਾਰੀ ਫਿਰ ਤੋਂ ਤੁਸੀਂ ਦਰਸ਼ਕਾਂ ਨੂੰ ਜਿਹੜਾ ਆਪਣਾ ਦਰਸ਼ਕ ਤੁਹਾਡੇ ਨਾਲ ਕਿਵੇਂ ਜੁੜ ਸਕਦੇ ਨੇ, ਕਿਵੇਂ ਤੁਹਾਡੇ ਤੱਕ ਪਹੁੰਚ ਕਰਨ, ਇੱਕ ਵਾਰੀ ਫਿਰ ਉਹਨਾਂ ਨੂੰ ਮੈਸੇਜ ਕਨਵੇ ਕਰ ਦਿਓ ਤੁਸੀਂ। ਹਾਂਜੀ ਬਿਲਕੁਲ। ਸੋ ਜਿਹੜੇ ਸਾਰੇ ਲਿਸਨਰਸ ਹੈਗੇ ਨੇ, ਤੁਸੀਂ ਸਾਨੂੰ ਵੈਬਸਾਈਟ ਤੇ ਜਾ ਸਕਦੇ ਹੋ, ਜਿਹੜੇ ਕਿ www.fcrloans.ca, ਸੋ FCRLOANS.ca, ਉੱਥੇ ਜਾ ਸਕਦੇ ਹੋ। ਜੇ ਤੁਸੀਂ ਸਾਡੇ ਨਾਲ ਡਾਇਰੈਕਟ ਗੱਲ ਕਰਨੀ ਹੈ, ਸਾਡਾ ਫੋਨ ਨੰਬਰ ਹੈਗਾ ਹੈ 6045967722, ਐਕਸਟੈਂਸ਼ਨ 167 ਜਾਂ ਐਕਸਟੈਂਸ਼ਨ 157 ਤੇ ਤੁਸੀਂ ਕਾਲ ਕਰ ਸਕਦੇ ਹੋ। ਤੇ ਅਸੀਂ ਬਹੁਤ ਹੀ ਖੁਸ਼ ਹੋਵਾਂਗੇ ਜੇ ਸਾਡੇ ਕੋਲ ਤੁਸੀਂ ਆਓ, ਤੇ ਅਸੀਂ ਪੂਰੀ ਤਰ੍ਹਾਂ ਟਰਾਈ ਕਰਾਂਗੇ ਤੁਹਾਡੀ ਮਦਦ ਕਰਨ ਲਈ, ਕਿਉਂਕਿ ਇਹ ਪ੍ਰੋਗਰਾਮ ਬਣਿਆ ਹੀ ਤੁਹਾਡੇ ਲਈ ਹੈ। ਸੋ ਇਸ ਕਰਕੇ we'll be waiting for the calls here. ਓਕੇ ਜਸਵੀਰ, ਬਹੁਤ ਸ਼ੁਕਰੀਆ ਕਿ ਤੁਸੀਂ ਮਾਰਨਿੰਗ ਸ਼ੋਅ ਦੇ ਵਿੱਚ ਆਏ ਔਰ ਇੱਕ ਨਵਾਂ ਜਿਹੜਾ ਲੋਨ ਪ੍ਰੋਗਰਾਮ ਲੈ ਕੇ ਆਏ ਹੋ। ਜੇ ਮੈਨੂੰ ਵੀ ਲੋੜ ਪਈ ਤਾਂ ਮੈਂ ਜ਼ਰੂਰ ਕੋਸ਼ਿਸ਼ ਕਰਾਂਗੀ ਤੁਹਾਡੇ ਤੱਕ ਪਹੁੰਚ ਕਰਨ ਦੀ। ਸੋ ਪਹਿਲਾਂ ਤਸੱਲੀ ਮੈਨੂੰ ਆਪਣੀ ਵੀ ਕਰਨੀ ਬਹੁਤ ਜ਼ਰੂਰੀ ਸੀਗੀ, ਫਿਰ ਉਸ ਤੋਂ ਬਾਅਦ ਸਾਡੇ ਦਰਸ਼ਕ ਜਿਹੜੇ ਨੇ ਉਹ ਵੀ ਤਸੱਲੀ ਕਰਨਗੇ। ਸੋ ਬਹੁਤ ਥੈਂਕ ਯੂ ਜਸਵੀਰ ਪਹੁੰਚਣ ਦੇ ਲਈ ਔਰ ਆਪਣੀ ਸੁਸਾਇਟੀ ਬਾਰੇ ਸਾਰੀ ਗੱਲਬਾਤ ਕਰਨ ਦੇ ਲਈ। ਹਾਂਜੀ, ਥੈਂਕ ਯੂ ਸ਼ੈਰੀ, ਤੇ ਥੈਂਕ ਯੂ ਪੰਜਾਬੀ ਚੈਨਲ ਦਾ, ਤੇ ਸਾਰੇ ਜਿਹੜੇ ਦਰਸ਼ਕ ਦੇਖ ਰਹੇ ਨੇ ਉਹਨਾਂ ਸਾਰਿਆਂ ਦਾ ਧੰਨਵਾਦ ਜੀ।
ਥੈਂਕਸ ਜਸਵੀਰ। ਸੋ ਪਿਕਸ ਸੁਸਾਇਟੀ ਦੇ ਵੱਲੋਂ ਤਾਂ ਆਪਣੀ ਲੋਨ ਪ੍ਰਕਿਰਿਆ ਸਾਰੀ ਦੱਸ ਦਿੱਤੀ ਗਈ ਹੈ, ਲੋਨ ਦਾ ਕੀ ਪ੍ਰੋਸੈਸ ਹੋਏਗਾ, ਕਿੱਥੇ ਤੁਸੀਂ ਪਹੁੰਚ ਕਰ ਸਕਦੇ ਹੋ ਤੇ ਤੁਹਾਡੇ ਲਈ ਕੀ ਜਿਹੜੇ ਬੈਨੀਫਿਟਸ ਨੇ। ਹੁਣ ਤੁਸੀਂ ਪਹਿਲਾਂ ਆਪਣੀ ਪੂਰੀ ਤਸੱਲੀ ਕਰੋ ਔਰ ਉਸ ਤੋਂ ਬਾਅਦ ਇਹਨਾਂ ਦੀ ਸਾਈਟ ਦੇ ਨਾਲ ਜੁੜੋ ਤੇ ਪਿਕਸ ਸੁਸਾਇਟੀ ਦੀ ਸਾਈਟ ਦੇ ਉੱਤੇ ਜਾ ਕੇ ਪ੍ਰੋਪਰ ਆਪਣੇ ਆਪ ਨੂੰ ਜਿਹੜਾ ਤਸੱਲੀ ਬਖਸ਼ ਕਰ ਲਵੋ, ਕਿਉਂਕਿ ਇਹ ਜੇ ਤੁਹਾਨੂੰ ਲੋਨ ਦੀ ਲੋੜ ਹੈ ਔਰ ਜੇ 24 ਆਵਰਸ ਦੇ ਵਿੱਚ ਯਾਨੀ ਇਮੀਡੀਏਟਲੀ ਜੇ ਜ਼ਰੂਰਤ ਹੈ ਤਾਂ ਕੀ ਤੁਸੀਂ ਪਿਕਸ ਸੁਸਾਇਟੀ ਦਾ ਜਿਹੜਾ ਲੋਨ ਹੈ ਉਹ ਪ੍ਰਕਿਰਿਆ ਤੁਹਾਡੇ ਵਾਸਤੇ ਠੀਕ ਹੈ, ਤੁਸੀਂ ਉਸ ਦਾ ਇਸਤੇਮਾਲ ਕਰ ਸਕਦੇ ਹੋ, ਤਾਂ ਇਹਨਾਂ ਨਾਲ ਕੰਟੈਕਟ ਜਿਹੜਾ ਉਹ ਤੁਸੀਂ ਜ਼ਰੂਰ ਕਰ ਸਕਦੇ ਹੋ। ਫਿਲਹਾਲ ਦੇ ਲਈ ਛੋਟਾ ਜਿਹਾ ਬ੍ਰੇਕ ਲੈ ਲੈਂਦੇ ਹਾਂ, ਕਿਉਂਕਿ ਬ੍ਰੇਕ ਤੋਂ ਬਾਅਦ ਆਪਾਂ ਪੰਜਾਬ ਚੱਲਣਾ ਹੈ ਤੇ ਪੰਜਾਬ ਦੇ ਵਿੱਚ ਤੁਹਾਨੂੰ ਪਤਾ ਬਹੁਤ ਸਾਰੇ ਅਪਡੇਟਸ ਸਾਡਾ ਇੰਤਜ਼ਾਰ ਕਰ ਰਹੇ ਹੁੰਦੇ ਨੇ। ਸੋ ਪੰਜਾਬ ਦੇ ਵਿੱਚ ਹਰਸ਼ਰਨ ਕੌਰ ਸਾਡੇ ਨਾਲ ਜੁੜਨਗੇ, ਗੱਲਬਾਤ ਕਰਾਂਗੇ ਉਹਨਾਂ ਦੇ ਨਾਲ। ਛੋਟਾ ਜਿਹਾ ਬ੍ਰੇਕ ਦੇ ਲਈ ਰੁਕਦੇ ਹਾਂ। ਤੁਸੀਂ ਹੈਰਾਨ ਤੇ ਜ਼ਰੂਰ ਹੋ ਰਹੇ ਹੋ ਕਿ ਇੱਕ ਬੰਦਾ ਪੈਂਟ ਕਮੀਜ਼ ਪਾ ਕੇ ਟਰੈਕਟਰ ਚਲਾ ਰਿਹਾ ਹੈ, ਖੇਤੀ ਕਰ ਰਿਹਾ ਹੈ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।